ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਸਾਰੇ ਸੰਗਤਾਂ ਦਾ ਸਵਾਗਤ ਕਰਦੇ ਹਾਂ ਜੀ। ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਸਿੱਖ ਚੈਨਲ ਦੇ ਰਾਹੀਂ ਦਰਸ਼ਨ ਕਰ ਰਹੀਆਂ ਨੇ ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਵਿੱਚ। ਸਿੱਖ ਚੈਨਲ ਦੀ ਟੀਮ ਚੰਡੀਗੜ੍ਹ ਪਹੁੰਚੀ ਸੀ, ਜਿੱਥੇ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਬੋਲਣ 'ਤੇ ਵੀ ਜਿਹੜੀ ਇਹ ਪਾਬੰਦੀ ਉਹ ਲਗਾ ਦਿੱਤੀ ਗਈ ਆ। ਜਿਹੜੀਆਂ ਪਿਛਲੇ 2 ਦਿਨਾਂ ਤੋਂ 3 ਦਿਨਾਂ ਤੋਂ ਜਿਹੜੀਆਂ ਨਿਊਜ਼ ਤੁਸੀਂ ਪੜ੍ਹ ਰਹੇ ਹੋ ਅਖਬਾਰਾਂ ਦੇ ਵਿੱਚ, TV ਦੇ ਜ਼ਰੀਏ ਜਾਂ ਫੇਸਬੁੱਕ WhatsApp ਦੇ ਜ਼ਰੀਏ, ਕਿ ਖਾਲਿਸਤਾਨ ਸਮਰਥਕ ਜਾਂ ਖਾਲਿਸਤਾਨ ਸਮੱਗਰੀ ਜਾਂ ਖਾਲਿਸਤਾਨ ਦੇ ਨਾਲ ਰਿਲੇਟਡ ਜੋ ਵੀ ਚੀਜ਼ਾਂ ਦਾ ਖਾਲਿਸਤਾਨ ਦੇ ਜਾਂ ਸਿੱਖੀ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਰੱਖਣ ਦੇ ਲਈ, ਚਾਹੇ ਹਾਲਾਂਕਿ ਪਹਿਲਾਂ ਵੀ ਸਰਕਾਰ ਵੱਲੋਂ ਪਾਬੰਦੀ ਲਗਾਈ ਨਹੀਂ ਗਈ ਕਿ ਇਹ ਚੀਜ਼ਾਂ ਨਹੀਂ ਰੱਖਣੀਆਂ, ਜਾਂ ਸਿਮਰਜੀਤ ਸਿੰਘ ਮਾਨ ਵੱਲੋਂ ਜਿਹੜਾ ਹੈਗਾ ਸੀ ਕਿ ਇਹ ਇੱਕ ਨਾਅਰਾ ਸੀ ਵੀ ਹਾਂ ਖਾਲਿਸਤਾਨ ਦਾ ਨਾਅਰਾ ਜਿਹੜਾ ਉਹ ਲਾ ਸਕਦੇ ਹਾਂ ਅਸੀਂ, ਖਾਲਿਸਤਾਨ ਦੇ ਨਾਲ ਰਿਲੇਟਡ ਕੁਛ ਵੀ ਸਮੱਗਰੀ ਜਿਹੜੇ ਰੱਖ ਸਕਦੇ ਹਾਂ। ਉਹਨਾਂ ਵੱਲੋਂ ਇੱਕ ਰਿਟ ਪਾਈ ਗਈ ਸੀ, ਉਹ ਵੀ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਸੀ। ਪਰ ਉਸੇ ਸੰਬੰਧ ਨੂੰ ਦੇਖਦੇ ਹਾਂ ਹੁਣ ਵੀ ਜਿਹੜੀ ਭਾਰਤ ਸਰਕਾਰ ਵੱਲੋਂ ਆ ਕੇ ਖਾਲਿਸਤਾਨ ਦੇ ਨਾਲ ਸਮੱਗਰੀ ਰਿਲੇਟਡ ਰੱਖਣ ਲਈ ਉਹ 3 ਸਿੱਖ ਨੌਜਵਾਨਾਂ ਨੂੰ, ਜਿਹੜੇ ਕਿ ਜਿਨ੍ਹਾਂ ਦੇ ਵਿੱਚੋਂ ਅਰਵਿੰਦਰ ਸਿੰਘ ਨਵਾਂਸ਼ਹਿਰ ਅਤੇ ਰਣਜੀਤ ਸਿੰਘ ਕੈਥਲ ਤੋਂ, ਅਰਵਿੰਦਰ ਸਿੰਘ ਜਿਹੜੇ ਹੈਗੇ ਨੇ, ਰਣਜੀਤ ਸਿੰਘ ਨੇ ਜਿਹੜੇ ਕੈਥਲ ਤੋਂ, ਅਰਵਿੰਦਰ ਸਿੰਘ ਨਵਾਂਸ਼ਹਿਰ ਤੋਂ, ਜਿਹੜੇ ਇੱਕ ਬਟਾਲੇ ਤੋਂ ਨੇ ਸਰਜੀਤ ਸਿੰਘ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ। ਅਤੇ ਮੇਰੇ ਨਾਲ ਨੇ ਆਰ ਐਸ ਬੈਂਸ ਸਰ, ਜਿਹੜੇ ਐਡਵੋਕੇਟ ਨੇ, ਇਹ ਕੇਸ ਦੀ ਪੈਰਵਾਈ ਕਰ ਰਹੇ ਨੇ ਪਿਛਲੇ 2 ਸਾਲ ਤੋਂ। ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਕਿ ਕੀ ਗੱਲ ਹੋਈ ਸੀ, ਕਿਹੜੀ ਗੱਲ ਨਾਲ ਇਹਨਾਂ ਨੂੰ ਐਡੇ ਵੱਡੇ ਕੇਸ ਦੇ ਵਿੱਚ ਫਸਾਇਆ ਗਿਆ, ਐਡੀ ਵੱਡੀਆਂ ਧਾਰਾਵਾਂ ਲਗਾ ਕੇ ਇਹਨਾਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਗਈ ਉਹ ਭਾਰਤ ਵਿੱਚ ਰਹਿੰਦੇ ਸਿੱਖਾਂ ਨੂੰ, ਚਾਹੇ ਸਿੱਖਾਂ ਲਈ ਵੱਖਰਾ ਕਾਨੂੰਨ ਵੀ ਗੱਲ ਕੀਤੀ ਜਾਵੇ ਕਿ ਸਿੱਖਾਂ ਨੂੰ ਵੱਖਰਾ ਕਾਨੂੰਨ ਦੇ ਤੌਰ 'ਤੇ ਦੇਖਿਆ ਜਾਂਦਾ, ਉਹ ਕਿਹੜੀਆਂ ਧਾਰਾਵਾਂ ਸੀ, ਕਿਹੜਾ ਕੇਸ ਸੀ, ਉਹਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਅੱਜ ਅਸੀਂ ਪਹੁੰਚੇ ਹੋਏ ਹਾਂ ਇਸੇ ਰਿਗਾਰਡਿੰਗ ਹੀ ਕਿ ਤੁਸੀਂ ਜਿਹੜਾ ਕੇਸ ਦੀ ਪੈਰਵਾਈ ਆ ਪਿਛਲੇ 2 ਸਾਲਾਂ ਤੋਂ ਇਹਦੀ ਕੇਸ ਦੀ ਪੈਰਵਾਈ ਕਰ ਰਹੇ ਹੋ। ਹਾਲਾਂਕਿ ਭਾਰਤ ਵਿੱਚ ਬੋਲਣ 'ਤੇ ਜਿਹੜੀ ਆਜ਼ਾਦੀ ਦੀ ਆ ਉਹ ਗੱਲ ਕੀਤੀ ਜਾਂਦੀ ਆ, ਹਾਲਾਂਕਿ ਸਾਰੇ ਪਾਸੇ ਇਹ ਗੱਲ ਕੀਤੀ ਜਾਂਦੀ ਕਿ ਸਾਰੇ ਵਰਲਡ ਦੇ ਵਿੱਚ ਵੀ ਬੋਲਣ 'ਤੇ ਜਿਹੜੀ ਆਜ਼ਾਦੀ ਆ, ਪਰ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਪਾਬੰਦੀ ਲਗਾਈ ਗਈ ਆ ਬੋਲਣ 'ਤੇ ਹੀ, ਜਾਂ ਕੁਛ ਸਾਹਿਤ ਰੱਖਣ 'ਤੇ, ਜਾਂ ਕੁਛ ਧਾਰਮਿਕ ਪੁਸਤਕਾਂ ਰੱਖਣ 'ਤੇ ਵੀ, ਜਿਨ੍ਹਾਂ ਦੇ ਵਿੱਚੋਂ ਇਹ ਕੇਸ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ ਨੂੰ ਮੁੰਡਿਆਂ ਨੂੰ 3 ਸਿੱਖ ਨੌਜਵਾਨਾਂ ਨੂੰ ਹੈਗੀ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ। ਇਹ ਜਿਹੜੀ ਕਹਾਣੀ ਦੀ ਸ਼ੁਰੂਆਤ ਉਹ ਕਿੱਥੋਂ ਹੁੰਦੀ ਹੈ ਜੀ, ਉਹਦੇ ਬਾਰੇ ਥੋੜ੍ਹੀ ਡਿਟੇਲ ਦਿਓ ਜੀ। ਦੇਖੋ 16 ਮਈ 2016 ਦੇ ਵਿੱਚ ਇੱਕ ਪਰਚਾ ਦਰਜ ਕਰਦੇ ਪੁਲਿਸ ਕਿ ਸਾਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ 3 ਨੌਜਵਾਨ ਹੈ, ਉਹ ਨਾਮ ਦਿੰਦੇ ਆ ਅਰਵਿੰਦਰ ਸਿੰਘ, ਰਣਜੀਤ ਸਿੰਘ ਤੇ ਸੁਰਜੀਤ ਸਿੰਘ, ਤੇ ਇਹ ਜੇ ਪਕੜੇ ਜਾਣ, ਜੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਬਹੁਤ ਵੱਡੀ ਮਾਤਰਾ ਵਿੱਚ ਬਹੁਤ ਜ਼ਿਆਦਾ ਹਥਿਆਰ ਮਿਲਣਗੇ, ਤੇ ਇਹ ਕੋਈ ਅੱਤਵਾਦੀ ਕੰਮ ਕਰਨ ਦੀ ਤਾਕ ਵਿੱਚ ਹੈ, ਤੇ ਇਸ ਕਰਕੇ ਫੜਨਾ ਜ਼ਰੂਰੀ ਹੈ। ਇਹੋ ਜਿਹਾ ਪਰਚਾ ਦਰਜ ਕਰਕੇ ਉਹਨਾਂ ਨੇ ਇਹਨਾਂ ਨੂੰ ਅਰੈਸਟ ਕਰ ਲਿਆ। 3 ਨੌਜਵਾਨ ਅਰੈਸਟ ਹੋ ਗਏ। ਉਹਨਾਂ 'ਚੋਂ ਸੁਰਜੀਤ ਸਿੰਘ ਦੇ ਕੋਲੋਂ ਤਾਂ ਕੋਈ ਮਿਲਿਆ ਨਹੀਂ। ਜਿਹੜਾ ਮਾੜਾ ਮੋਟਾ ਲਿਟਰੇਚਰ ਮਿਲਿਆ ਉਹ ਮਿਲਿਆ ਅਰਵਿੰਦਰ ਸਿੰਘ ਕੋਲੋਂ। ਅਰਵਿੰਦਰ ਸਿੰਘ ਕੋਲ 2 ਪਾਸਪੋਰਟ ਮਿਲੇ, ਦੋਨੋਂ ਪਾਸਪੋਰਟ ਜੈਨੂਇਨ ਪਾਏ ਗਏ ਕਿ ਅਸਲੀ ਪਾਸਪੋਰਟ ਹੈ। ਉਹਨਾਂ ਦੇ ਮੋਬਾਈਲ ਫੋਨ ਅਸਲੀ ਪਾਏ ਗਏ ਕਿ ਉਹਨਾਂ ਦੇ ਆਪਣੇ ਫਾਰਮ ਹੈ, ਉਹੀ ਯੂਜ਼ ਕਰ ਰਹੇ ਨੇ। ਉਹਨਾਂ ਦੇ ਕੁਝ ਕਿਤਾਬਾਂ ਮਿਲੀਆਂ, ਕੁਝ ਬਲੂ ਸਟਾਰ ਦੀਆਂ ਕਿਤਾਬਾਂ ਮਿਲੀਆਂ, ਕੋਈ ਬਾਬਾ ਲਾਭ ਸਿੰਘ ਦੀ ਕਿਤਾਬ ਮਿਲੀ, ਕੋਈ ਸਾਕਾ 1978 ਦੇ ਪੋਸਟਰ ਬਣਾ ਕੇ ਉਹਨਾਂ ਨੇ ਭੇਜੇ ਸੀ। ਕੁਛ ਉਹਨਾਂ ਨੂੰ ਪੈਸੇ ਆਏ ਸੀ ਬਾਹਰੋਂ, ਜਿਹੜੇ ਸੀ ਕੋਈ 40,000 50,000, ਜਿਹੜਾ ਉਹ ਕਹਿੰਦੇ ਸੀ ਕਿ ਕੁਛ ਬਣਾ ਕੇ ਭੇਜੋ, ਤਾਂ ਉਹਨਾਂ ਨੇ ਭੇਜ ਦਿੱਤੇ। ਉੱਦਾਂ ਦੇ 2-4 ਗਵਾਹ ਹੈ ਕੋਰੀਅਰ ਏਜੰਸੀ ਵਾਲੇ, ਉੱਦਾਂ ਦੇ 2-4 ਗਵਾਹ ਜਿਹੜੇ ਪੈਸੇ ਆਏ ਸੀ, ਉੱਦਾਂ ਦੇ 2-4 ਗਵਾਹ ਹੈਗੇ ਆ ਪ੍ਰਿੰਟਰਸ ਕਿ ਉਹਨਾਂ ਨੇ ਪ੍ਰਿੰਟ ਕਰਤੇ। ਕਿਸੇ 'ਤੇ ਇਹਨਾਂ ਨੇ ਕੋਈ ਕੇਸ ਨਹੀਂ ਬਣਾਇਆ, ਕਿਸੇ ਪ੍ਰਿੰਟਰ 'ਤੇ ਕੋਈ ਕੇਸ ਨਹੀਂ ਬਣਾਇਆ। ਇਹਨਾਂ ਮੁੰਡਿਆਂ ਨੂੰ ਕਹਿ ਤੱਕ ਉਹਨਾਂ ਨੂੰ ਅਰੈਸਟ ਕਰ ਲਿਆ। 2.5-3 ਸਾਲ ਬਾਅਦ ਹੁਣ ਸਜ਼ਾ ਆਈ ਹੈ ਕਿ ਇਹ ਮੁਲਕ ਦੇ ਖਿਲਾਫ ਬਗਾਵਤ ਕਰ ਰਹੇ ਸੀ। ਹੁਣ ਜਿਹੜੀ ਧਾਰਾ ਹੈ ਸਾਡੀ ਪੀਨਲ ਕੋਡ, ਇਹਦੇ ਵਿੱਚੋਂ ਸਭ ਤੋਂ ਸਖਤ ਧਾਰਾ ਇਹ ਬਣਾਈ ਤਾਂ ਅੰਗਰੇਜ਼ਾਂ ਨੇ ਸੀ 1860 ਵਿੱਚ, ਮਗਰ ਇਹ ਧਾਰਾ ਵੀ ਉਦੋਂ ਦੀ ਬਣੀ ਹੋਈ ਹੈ। ਅੰਗਰੇਜ਼ਾਂ ਨੇ ਬਣਾਉਣਾ ਕਿ ਜੇ ਦੇਸ਼ ਦੇ ਖਿਲਾਫ ਜਿਹੜਾ ਲੜਾਈ ਲੜਦਾ ਹੈ ਉਹਨੂੰ ਸਜ਼ਾਏ ਮੌਤ ਮਿਲੇਗੀ ਜਾਂ ਉਮਰ ਕੈਦ ਮਿਲੇਗੀ ਤਾਂ ਸਮਝ ਆਉਂਦਾ ਹੈ। ਮਗਰ ਉਹੀ ਕਾਨੂੰਨ ਜਦੋਂ ਸਾਡਾ ਵਿੱਚ ਸੰਵਿਧਾਨ ਬਣ ਗਿਆ, ਆਜ਼ਾਦੀ ਮਿਲ ਗਈ, ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਹਾਨੂੰ ਹਰ ਤਰ੍ਹਾਂ ਦੀ ਬੋਲਣ ਦਾ ਤੁਹਾਨੂੰ ਫੰਡਾਮੈਂਟਲ ਹੱਕ ਹੈ, ਤੁਹਾਨੂੰ ਬੇਸਿਕ ਬੁਨਿਆਦੀ ਹੱਕ ਹੈ ਬੋਲਣ ਦਾ। ਔਰ ਜੇ ਆਪਾਂ ਆਪਣੇ ਨੂੰ ਲੋਕਤੰਤਰ ਕਹਿੰਦੇ ਹਾਂ, ਰਿਪਬਲਿਕ ਕਹਿੰਦੇ ਹਾਂ, ਉਹਦੇ ਸਭ ਤੋਂ ਜ਼ਿਆਦਾ ਰਿਪਬਲਿਕ ਦੇ ਜਾਂ ਡਿਕਟੇਟਰਸ਼ਿਪ 'ਚ ਇੱਕੋ ਹੀ ਫਰਕ ਹੁੰਦਾ ਕਿ ਉੱਥੇ ਤੁਸੀਂ ਬੋਲ ਨਹੀਂ ਸਕਦੇ। ਇੱਥੇ ਤੁਸੀਂ ਬੋਲ ਸਕਦੇ ਹੋ, ਚਾਹੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲੋ, ਕਿਸੇ ਦੇ ਖਿਲਾਫ ਬੋਲੋ, ਕਿਉਂਕਿ ਆਜ਼ਾਦੀ ਬੋਲਣ ਦੇ ਨਾਲ ਹੀ ਬਾਕੀ ਸਭ ਚੀਜ਼ਾਂ ਠੀਕ ਹੁੰਦੀਆਂ ਨੇ। ਜੇ ਤੁਸੀਂ ਗਲਤ ਚੀਜ਼ ਨੂੰ ਗਲਤ ਨਾ ਕਹਿ ਸਕੋ ਤਾਂ ਹੀ ਜੇ ਬਾਰ-ਬਾਰ ਗਲਤ ਕਹਾਂਗੇ ਤਾਂ ਹੀ ਕੋਈ ਚੀਜ਼ ਠੀਕ ਹੁੰਦੀ ਹੈ। ਇਹੀ ਲੋਕਤੰਤਰ ਦੀ ਬਹੁਤ ਵੱਡੀ ਸ਼ਕਤੀ ਹੈ। ਔਰ ਸਾਨੂੰ ਇਹ ਬਹੁਤ ਦੇਰ ਦਾ ਲੱਗਦਾ ਸੀ ਕਿ ਹਿੰਦੁਸਤਾਨ ਵਿੱਚ ਚਾਈਨਾ ਦੇ ਮੁਤਾਬਿਕ, ਪਾਕਿਸਤਾਨ ਦੇ ਮੁਤਾਬਿਕ ਜ਼ਿਆਦਾ ਆਜ਼ਾਦੀ ਹੈ, ਅਸੀਂ ਬੋਲ ਸਕਦੇ ਹਾਂ, ਕਿਸੇ ਵੀ ਚੀਜ਼ 'ਤੇ ਬੋਲ ਸਕਦੇ ਹੈਗੇ ਹਾਂ। ਬਟ ਹੌਲੀ ਹੌਲੀ ਇੱਦਾਂ ਦੇ ਫੈਸਲੇ ਤੋਂ ਲੱਗਦਾ ਕਿ ਇਹ ਆਜ਼ਾਦੀ ਘਟ ਰਹੀ ਹੈ ਜਾਂ ਉਹਨੂੰ ਰੋਕਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਕਿਉਂਕਿ ਇਹਨਾਂ ਬੱਚਿਆਂ ਕੋਲ ਨਾ ਕੋਈ ਹਥਿਆਰ ਮਿਲੇ, ਨਾ ਕੋਈ ਡਰੱਗਸ ਮਿਲੇ, ਨਾ ਕੋਈ ਹੋਰ ਇਹੋ ਜਿਹੀ ਆਬਜੈਕਸ਼ਨੇਬਲ। ਇਹਨਾਂ ਦੇ ਫੇਸਬੁੱਕ ਤੇ ਇਹੋ ਜਿਹਾ ਕੋਈ ਪਲਾਨ ਵੀ ਨਹੀਂ ਹੈ ਕਿ ਇਹਨਾਂ ਨੇ ਕੁਛ ਕਰਨਾ ਹੈ, ਜਾਂ ਇਹਨਾਂ ਨੇ ਕੁਛ ਕੀਤਾ ਹੈ, ਜਾਂ ਕਿਸੇ ਨੂੰ ਮਿਲੇ ਹੈ, ਜਾਂ ਕੋਈ ਰਿਕਰੂਟਮੈਂਟ ਕੀਤੀ, ਜਾਂ ਕੋਈ ਜਥੇਬੰਦੀ ਬਣਾਈ ਹੈ। ਨਾ ਕੋਈ ਜਥੇਬੰਦੀ ਬਣਾਈ, ਜਾਂ ਉਹਨਾਂ ਨੇ ਕੋਈ ਪਲੈਨਿੰਗ ਕੀਤੀ। ਉਹਨਾਂ ਨੇ ਕਿਤੇ ਕਿਸੇ ਕੋਲ ਪੋਸਟ ਆ ਗਈ, ਕੋਈ ਸ਼ੇਅਰ ਕਰਤੀ, ਕਿਤੇ ਨਾਰਾ ਲਾਤਾ। ਹੁਣ ਸਾਰੇ ਜੇ ਤੁਸੀਂ ਫੇਸਬੁੱਕ ਦੇਖੋ ਜਾਂ ਵਰਚੁਅਲ ਜਿਹੜਾ ਹੁੰਦਾ ਵਰਚੁਅਲ ਵਰਲਡ, ਉਹਦੇ ਵਿੱਚ ਇਹ ਜਿਹੜਾ ਖਾਲਿਸਤਾਨ ਲਿਟਰੇਚਰ ਕਹਿ ਲਓ ਜਾਂ ਸਿੱਖ ਲਿਟਰੇਚਰ ਕਹਿ ਲਓ, ਇਹ ਤਾਂ ਆਮ ਹੀ ਹੈ ਹਰ ਕਾਰ 'ਤੇ। ਹੁਣ ਜਿਹੜਾ ਸਿੱਖਾਂ ਦਾ ਇਤਿਹਾਸ ਹੀ ਖਾਲਿਸਤਾਨ ਦੇ ਆਲੇ ਦੁਆਲੇ ਚੱਲਿਆ ਹੈ। ਖਾਲਸਾ ਸ਼ਬਦ, ਖਾਲਸਾ ਪੰਥ ਦੀ ਸਾਜਨਾ, ਇਹ ਹਿੰਦੁਸਤਾਨ ਦੇ ਇਤਿਹਾਸ ਦਾ ਇੱਕ ਬਹੁਤ ਵੱਡਾ ਗੋਲਡਨ ਚੈਪਟਰ ਹੈ। ਹਿੰਦੁਸਤਾਨ ਜੇ ਕਿਤੇ ਆਜ਼ਾਦ ਰਹਿ ਸਕਿਆ ਕੋਈ ਸਾਲ, ਉਹ ਸਿਰਫ ਖਾਲਸਾ ਪੰਥ ਕਰਕੇ ਹੈ। ਉਸ ਤੋਂ ਹੀ ਖਾਲਸਾ ਰਾਜ ਪੈਦਾ ਹੋਇਆ, ਉਸ ਤੋਂ ਹੀ ਭਾਈ ਮਹਾਰਾਜਾ ਰਣਜੀਤ ਸਿੰਘ ਆਏ, ਉੱਥੋਂ ਹੀ ਅਲਟੀਮੇਟਲੀ ਬਾਹਰਲੇ ਹਮਲੇ ਰੁਕੇ। 800 ਸਾਲਾਂ ਦੇ ਹਮਲਿਆਂ ਨੂੰ ਰੋਕਣ ਵਾਲਾ ਸਿੱਖ ਪੰਥ ਨੂੰ ਔਰ ਸਿੱਖ ਪੰਥ ਦੇ 3 ਮੁੰਡਿਆਂ ਨੂੰ ਇਸ ਕਰਕੇ ਸਜ਼ਾ ਦੇ ਦਿਓ ਕਿ ਉਹਨੇ ਖਾਲਿਸਤਾਨ ਦੀ ਗੱਲ ਕੀਤੀ ਹੈ। ਇਹੋ ਜਿਹਾ ਅਪਰਾਧ ਔਰ ਪਾਪ ਤਾਂ ਮੇਰੀ ਕਲਪਨਾ ਤੋਂ ਬਾਹਰ ਹੈ। ਔਰ ਜਦੋਂ ਮੈਂ ਦੇਖਿਆ, ਮੈਨੂੰ ਲੱਗਦਾ ਨਹੀਂ ਸੀ ਕਿ ਕੋਈ ਕੇਸ ਬਣ ਸਕਦਾ ਇੱਦਾਂ ਛੋਟੇ, ਇਹਦੇ ਵਿੱਚ ਕੋਈ ਸਬੂਤ ਹੀ ਨਹੀਂ ਹੈ, ਕਿਉਂਕਿ ਤੁਸੀਂ ਕੋਈ ਅਪਰਾਧ ਹੀ ਨਹੀਂ ਕੀਤਾ। ਰਾਜ ਕਰੇਗਾ ਖਾਲਸਾ ਜੀ, ਅਰਦਾਸ ਹੋਵੇ। ਜਿਹੜਾ ਧਰਮ ਕਹਿੰਦਾ ਹੋ ਕਿ ਚੰਗੇ ਬੰਦੇ ਆ, ਨਿਆਂ ਦੇ ਖਿਲਾਫ ਅਸੀਂ ਲੜਨਾ ਹੈ, ਤੇ ਜਿਹੜਾ ਨਿਆਂ ਰਾਜ ਹੈ ਉਹਦੇ ਖਿਲਾਫ ਹੀ ਅਸੀਂ ਲੜਨਾ ਹੈ। ਰਾਜ ਚਾਹੇ ਕਿਸੇ ਦਾ ਹੋਵੇ, ਚਾਹੇ ਉਹ ਡੈਮੋਕ੍ਰੇਸੀ ਹੋਵੇ, ਚਾਹੇ ਉਹ ਮੁਗਲਾਂ ਦਾ ਹੋਵੇ, ਚਾਹੇ ਕਿਸੇ ਦਾ ਹੋਵੇ, ਅਸੀਂ ਤਾਂ ਨਿਆਂ ਦੇ ਖਿਲਾਫ ਲੜਨਾ। ਤੇ ਨਿਆਂ ਦੇ ਖਿਲਾਫ ਲੜਨ ਵਾਲੇ ਨੂੰ ਸਜ਼ਾ ਦੇ ਦਿਓ, ਇਸ ਦਾ ਮਤਲਬ ਇੱਕੋ ਹੀ ਹੈ ਕਿ ਸਰਕਾਰ ਅੰਨਾ ਕਾਨੂੰਨ ਤਾਂ ਬਣੇ ਗਿਆ ਨਾ। ਜੋ ਤੁਸੀਂ ਨਿਆਂ ਲਈ ਲੜਨ ਵਾਲੇ ਨੂੰ ਸਜ਼ਾ ਦਿੰਦੇ ਹੋ, ਔਰ ਉਹਨੂੰ ਇਸ ਕਰਕੇ ਸਜ਼ਾ ਦਿੰਦੇ ਕਿ ਤੂੰ ષਡਯੰਤਰ ਰਚ ਰਿਹਾ, ਕਿਉਂਕਿ ਤੂੰ ਇਹੋ ਜਿਹਾ ਲਿਟਰੇਚਰ ਪੜ੍ਹਦਾ ਜਿਹੜਾ ਮੈਂ ਕਹਿੰਦਾ ਕਿ ਲਿਬਰੇਟਿੰਗ ਲਿਟਰੇਚਰ ਹੈ। ਜਿਹੜਾ ਲਿਟਰੇਚਰ ਤੁਹਾਡੇ ਵਿੱਚ ਜੋਸ਼ ਪੈਦਾ ਕਰਦਾ, ਤੁਹਾਨੂੰ ਆਜ਼ਾਦੀ ਦੇ ਅੰਦਰ ਭੁੱਖ ਪੈਦਾ ਕਰਦਾ, ਪਿਆਸ ਪੈਦਾ ਕਰਦਾ, ਉਹ ਲਿਟਰੇਚਰ ਪੜ੍ਹਨ ਵਾਲਿਆਂ ਨੂੰ ਜੇ ਤੁਸੀਂ ਸਜ਼ਾ ਦਿੰਦੇ ਹੋ, ਤਾਂ ਤੁਸੀਂ ਆਪਣੇ ਮੁਲਕ ਦਾ ਭਵਿੱਖ ਹੀ ਅਲਟੀਮੇਟਲੀ ਖਰਾਬ ਕਰ ਰਹੇ ਹੋ। ਹੁਣ ਜਿਹੜਾ ਇਹਨਾਂ ਦੇ ਕੇਸ ਪਾਇਆ ਗਿਆ, ਚਾਹੇ ਉਹ 2016 ਤੋਂ ਇਹ ਸ਼ੁਰੂਆਤ ਕੀਤੀ ਗਈ ਸੀ ਜਾਂ ਹੁਣ ਦੇ ਜਿਹੜੀ ਸਜ਼ਾ ਦਿੱਤੀ ਗਈ ਹੈ, ਉਹ ਕਿਹੜਾ ਕੇਸ ਕਿਹੜੀਆਂ ਧਾਰਾਵਾਂ ਦੇ ਤਹਿਤ ਪਾਇਆ ਗਿਆ ਜੀ? ਧਾਰਾ ਇਹਨਾਂ ਨੇ ਲਾਈ ਸੀ 121 ਕਿ ਦੇਸ਼ ਦੇ ਖਿਲਾਫ ਲੜਾਈ ਜਾ ਰਹੀ। ਇੱਕ ਲਾਈ 121A ਕਿ ਤੁਸੀਂ ષਡਯੰਤਰ ਰਚ ਰਹੇ ਹੋ ਦੇਸ਼ ਦੇ ਖਿਲਾਫ ਲੜਾਈ ਕਰਨ ਦਾ। ਇੱਕ ਲਾਈ ਸੀ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ। ਉਹਦੇ 'ਚ ਹੁੰਦਾ ਕਿ ਜੇ ਤੁਸੀਂ ਕਿਸੇ ਜਥੇਬੰਦੀ ਦੇ ਮੈਂਬਰ ਹੋ, ਜਿਹੜੀ ਕਿ ਖਤਰਨਾਕ ਜਥੇਬੰਦੀ ਹੋ, ਤਾਂ ਫਿਰ ਤੁਹਾਨੂੰ ਸਜ਼ਾ ਮਿਲ ਸਕਦੀ, ਇਸੇ ਗੱਲ ਕਿ ਤੁਸੀਂ ਉਹਦੇ ਮੈਂਬਰ ਹੋ, ਚਾਹੇ ਤੁਸੀਂ ਕੁਛ ਵੀ ਨਾ ਕੀਤਾ ਹੋਵੇ। ਇਹ ਅਲਟੀਮੇਟਲੀ ਇਹਨੂੰ ਸਜ਼ਾ ਮਿਲੀ ਸਿਰਫ 121A ਦੇ ਵਿੱਚ ਕਿ ਜੀ ਤੁਸੀਂ ਦੇਸ਼ ਦੇ ਖਿਲਾਫ ਲੜਾਈ ਕਰਨ ਦਾ ષਡਯੰਤਰ ਰਚਿਆ ਹੈ। ਔਰ षडयंत्र क्यों? क्योंकि तुसी खालिस्तान लिटरेचर शेयर करते हो और पढ़ते हो, सिर्फ इन्नी गल ते, और जेह्ड़ी कि सानू बिल्कुल साडा बुनियादी हक है, तो इस करके जजमेंट गलत है। ਜਿਹੜਾ ਤਿੰਨੇ ਮੁੰਡਿਆਂ ਨੂੰ ਫੜਿਆ ਗਿਆ ਸੀ 2016 ਦੇ ਵਿੱਚ, ਉਹ ਇਕੱਠਿਆਂ ਨੂੰ ਫੜਿਆ ਗਿਆ ਸੀ ਜਾਂ ਪਹਿਲੇ ਇੱਕ ਇੱਕ ਕਰਕੇ ਸਾਰਿਆਂ ਨੂੰ ਫੜਿਆ ਗਿਆ? ਇੱਕ ਇੱਕ ਕਰਕੇ ਫੜਿਆ ਗਿਆ ਸੀ। ਸੁਰਜੀਤ ਕੋਲ ਤਾਂ ਕੁਝ ਲੱਭਿਆ ਨਹੀਂ ਸੀ। ਉਹਦਾ ਪਾਸਪੋਰਟ ਇਹਨਾਂ ਨੂੰ ਅਰਵਿੰਦਰ ਕੋਲ ਮਿਲਿਆ, ਪਾਸਪੋਰਟ ਜੈਨੂਇਨ ਪਾਇਆ ਗਿਆ। ਉਹ ਆਪਣਾ ਬਾਹਰੋਂ ਆ ਰਿਹਾ ਸੀ ਉੱਥੇ ਨੌਕਰੀ ਕਰਕੇ, ਪੈਸੇ ਇਕੱਠੇ ਕਰਕੇ, ਤੇ ਬਾਕੀ ਮੁੰਡੇ ਵੀ ਕੁਛ ਨਹੀਂ ਸੀ ਕਰ ਰਹੇ। ਉਹਨਾਂ ਦੀ ਕੋਈ ਹਿਸਟਰੀ ਨਹੀਂ ਹੈ, ਕੋਈ ਕੇਸ ਨਹੀਂ ਪਾਇਆ ਗਿਆ। ਜਿਹੜਾ ਲਿਟਰੇਚਰ ਪਕੜਿਆ ਗਿਆ ਉਹਨੂੰ ਕਿਸੇ ਸਰਕਾਰ ਨੇ ਬੈਨ ਵੀ ਨਹੀਂ ਕੀਤਾ ਕਿ ਇਹ ਪ੍ਰੋਹਿਬਿਟਡ ਲਿਟਰੇਚਰ ਹੈ। ਹਾਲਾਂਕਿ ਪ੍ਰੋਹਿਬਿਟਡ ਲਿਟਰੇਚਰ ਪੜ੍ਹਨ 'ਤੇ ਕੋਈ ਰੋਕ ਨਹੀਂ ਹੁੰਦੀ, ਤੁਸੀਂ ਸਰਕਾਰ ਕੋਲ ਹੱਕ ਹੈ ਕਿ ਪ੍ਰੋਹਿਬਿਟਡ ਲਿਟਰੇਚਰ ਨੂੰ ਜ਼ਬਤ ਕਰ ਲੈ, ਮਗਰ ਤੁਸੀਂ ਦੂਜੇ ਦੇ ਖਿਲਾਫ ਕੇਸ ਨਹੀਂ ਚਲਾ ਸਕਦੇ ਕਿ ਤੂੰ ਪੜ੍ਹਿਆ ਕਿਉਂ ਹੈ। ਕਦੇ ਕਿਉਂਕਿ ਸਾਡੇ ਇਤਿਹਾਸ ਵਿੱਚ ਦੇਖਿਆ, ਮਨੁੱਖਿਆ ਜਾਂਦੀ ਸੀ ਕਿ ਤੁਸੀਂ ਆਜ਼ਾਦੀ 'ਤੇ ਬੰਦ ਕਰਨ ਲਈ ਤੁਸੀਂ ਲਿਟਰੇਚਰ ਤੋਂ ਬਹੁਤ ਡਰਦੇ ਹੋ, ਨਵੇਂ ਵਿਚਾਰਾਂ ਤੋਂ ਬਹੁਤ ਡਰਦੇ ਹੋ। ਹਰ ਸਰਕਾਰ ਚਾਹੁੰਦੀ ਕਿ ਵਿਚਾਰ ਨਾ ਹੋਣ, ਮਗਰ ਫਿਰ ਲੋਕਤੰਤਰ ਔਰ ਤਾਨਾਸ਼ਾਹੀ ਵਿੱਚ ਫ਼ਰਕ ਕੀ ਹੈ? ਇਹੀ ਤਾਂ ਫ਼ਰਕ ਹੈ ਕਿ ਆਜ਼ਾਦੀ ਇੱਥੇ ਹੈ ਤਾਂ ਦੂਜੇ ਮੁਲਕ ਵਿੱਚ ਨਹੀਂ ਹੈ। ਤਾਂ ਬਿਲਕੁਲ ਇਹ ਮੁਲਕ ਹੁਣ ਮੇਰਾ ਖਿਆਲ ਪਾਕਿਸਤਾਨ ਬਣਨ ਦੇ ਰਾਹ 'ਤੇ ਤੁਰ ਪਿਆ। ਤੇ ਜੇ ਤੁਸੀਂ ਇੱਦਾਂ ਦੇ ਮੁੰਡਿਆਂ ਨੂੰ ਫੜ ਰਹੇ ਹੋ, ਕੇਸ ਦਰ ਰਹੇ ਹੋ, ਔਰ ਅਦਾਲਤਾਂ ਉਸ 'ਤੇ ਆਪਣੇ ਸਟੈਂਪ ਲਾ ਰਹੀਆਂ। ਤੁਹਾਡਾ ਜਿਹੜਾ ਫੈਮਿਲੀ ਨਾਲ ਕੰਟੈਕਟ ਸੀ ਉਹ ਕਦੋਂ ਤੋਂ ਹੋਇਆ, ਕਿ ਕਦੋਂ ਤੋਂ ਤੁਹਾਡੇ ਕੋਲ ਇਹ ਕੇਸ ਜਿਹੜਾ ਚੱਲਿਆ, ਜਾਂ ਫੈਮਿਲੀ ਨੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਜੀ? ਦੇਖੋ, ਫੈਮਿਲੀ ਤਾਂ ਪਹੁੰਚ ਨਹੀਂ ਕਰ ਸਕਦੀ ਸੀ। ਬੀਬੀ ਕੁਲਵਿੰਦਰ ਕੌਰ ਨੇ ਫੈਮਿਲੀ ਨੂੰ ਮਿਲੀ, ਇਹਨਾਂ ਨੇ ਉਹਨਾਂ ਦੀ ਪੈਰਵੀ ਕਰਨ ਦੀ ਜ਼ਿੰਮੇਵਾਰੀ ਲਈ। ਫਿਰ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਫਿਰ ਅਸੀਂ ਕੇਸ ਦੀ ਪੈਰਵੀ ਸ਼ੁਰੂ ਕੀਤੀ। ਸਰਕਾਰ ਦੇ ਹਿਸਾਬ ਨਾਲ ਕਿਹੜਾ ਸੰਗੀਨ ਜੁਰਮ ਸੀ ਜਿਹੜਾ ਸੰਗੀਨ ਜੁਰਮ ਦੇ ਇੱਦਾਂ ਇੰਨੀ ਵੱਡੀ ਸਜ਼ਾ ਜਿਹੜੀ ਦਿੱਤੀ ਗਈ ਹੈ? ਜਿਹੜੀ ਸਰਕਾਰ ਤਾਂ ਕਹਿੰਦੀ ਹੈ ਕਿ ਖਾਲਿਸਤਾਨ ਦਾ ਲਿਟਰੇਚਰ ਪੜ੍ਹਨਾ ਹੀ ਦੇਸ਼ ਦੇ ਖਿਲਾਫ ਬਗਾਵਤ ਹੈ, ਇਹੀ ਜੁਰਮ ਬਣਦਾ, षडयंत्र, ਦੇਸ਼ ਦੇ ਖਿਲਾਫ ਲੜਾਈ ਕਰਨ ਦਾ षडयंत्र। ਪਰ ਖਾਲਿਸਤਾਨ ਦੇ ਬੋਲਣ ਦੇ ਤਾਂ ਪਹਿਲਾਂ ਵੀ ਕਹਿ ਲਓ ਕਿ ਆਜ਼ਾਦੀ ਮਿਲੀ ਹੋਈ ਹੈ, ਫਿਰ ਇੱਦਾਂ ਦੋ ਰਾਏ ਕਿਉਂ ਸਰਕਾਰ ਦੀ ਜਾਂ ਸਰਕਾਰ ਦੀਆਂ ਹਾਈ ਕੋਰਟਾਂ ਦੀ? ਜਿਹੜੀ ਦੇਖੋ, ਜਦ ਸੰਵਿਧਾਨ ਹੀ ਲਿਖਿਆ ਗਿਆ ਕਿ ਤੁਹਾਨੂੰ ਬੋਲਣ ਦਾ ਹੱਕ ਹੈ,
ਜਦ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਹਰ ਚੀਜ਼ ਬੋਲ ਸਕਦੇ ਹੋ ਜਦ ਤੱਕ ਤੁਸੀਂ ਉਹਦੇ ਨਾਲ ਵਾਇਲੈਂਸ ਕ੍ਰੀਏਟ ਨਾ ਕਰੋ ਜਾਂ ਵਾਇਲੈਂਸ ਕ੍ਰੀਏਟ ਹੋਣ ਦੀ ਸੰਭਾਵਨਾ ਔਰ ਬਹੁਤ ਨੇੜੇ, ਮੈਂ ਹੁਣ ਸਪੀਚ ਦੇਵਾਂ ਤਾਂ ਅੱਧੇ ਘੰਟੇ ਬਾਅਦ ਲੋਕੀ ਮਾਰ ਕੁੱਟਣ ਲੱਗ ਪੈਣ, ਉਹੋ ਜਿਹੇ ਹਾਲਾਤਾਂ ਵਿੱਚ ਇਸ ਸਪੀਚ ਤੇ ਰੋਕ ਲਾ ਸਕਦੀ ਹੈ, ਪੁਲਿਸ ਤੁਹਾਨੂੰ ਅਰੈਸਟ ਕਰ ਸਕਦੀ ਹੈ। ਬਾਕੀ ਜੋ ਮਰਜ਼ੀ ਬੋਲੋ, ਜਿੱਥੇ ਮਰਜ਼ੀ ਬੋਲੋ, ਜੋ ਮਰਜ਼ੀ ਲਿਖੋ, ਜੋ ਮਰਜ਼ੀ ਪੜ੍ਹੋ, ਇਹ ਸਾਡੇ ਦੇਸ਼ ਦਾ ਲੰਬਾ ਟ੍ਰੈਡੀਸ਼ਨ ਰਿਹਾ ਔਰ ਇਹ 70 ਸਾਲ ਤੋਂ ਤਾਂ ਚੱਲ ਰਿਹਾ। ਕਦੀ ਹੁਣ ਤੁਸੀਂ ਦੇਖੋ ਕਮਿਊਨਿਸਟਾਂ ਦੀ ਥਿਊਰੀ ਹੈ ਕਿ ਜਦੋਂ ਕਲਾਸ ਵਾਰ ਹੁੰਦੀ ਹੈ, ਜਦੋਂ ਗਰੀਬਾਂ ਦਾ ਰਾਜ ਆਉਣਾ, ਉਹਨਾਂ ਨੇ ਅਮੀਰਾਂ ਨੂੰ ਮਾਰ ਕੇ ਫੋਰਸ ਨਾਲ ਲੈਣਾ, ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਕੋਈ ਕੇਸ ਥੋੜ੍ਹੀ ਦਰਜ ਹੁੰਦਾ। ਜਿਹੜੇ ਕਮਿਊਨਿਸਟ ਇੱਕ ਜਥੇਬੰਦੀ ਬਣਾ ਕੇ ਜਿਹਨੂੰ ਆਪਾਂ ਮਾਓਇਸਟ ਕਹਿੰਦੇ ਆ ਲੜ ਰਹੇ ਨੇ ਹਥਿਆਰਾਂ ਨਾਲ, ਉਹਨਾਂ ਦੇ ਖਿਲਾਫ ਵੀ ਕੇਸ ਦਰਜ ਹੁੰਦੇ ਆ। ਬਾਕੀ ਜਗ੍ਹਾ ਕਮਿਊਨਿਸਟ ਪਾਰਟੀ ਹੈ, 3-4-20 ਕਮਿਊਨਿਸਟ ਪਾਰਟੀ ਦੇਸ਼ ਇਲੈਕਸ਼ਨ ਲੜਦੇ ਆ, ਕੋਈ ਉਹਨਾਂ ਦੇ ਖਿਲਾਫ ਕੇਸ ਦਰਜ ਨਹੀਂ ਹੁੰਦੇ। ਔਰ ਉਹ ਤਾਂ ਸਿੱਧਾ ਕਹਿੰਦੇ ਆ, ਖਾਲਸਾ ਪੰਥ ਇਹ ਵੀ ਨਹੀਂ ਕਹਿੰਦਾ, ਖਾਲਸਾ ਪੰਥ ਇਹੀ ਕਹਿੰਦਾ ਕਿ ਜੋ ਸਾਰੇ ਰਸਤੇ ਬੰਦ ਹੋ ਜਾਂਦੇ ਉਦੋਂ ਤੁਸੀਂ ਹਥਿਆਰ ਚੁੱਕਣਾ ਜਾਇਜ਼ ਵੀ ਹੈ, ਹਿੰਮਤ ਦਾ ਕੰਮ ਵੀ ਹੈ, ਲੋੜ ਵੀ ਹੈ। ਅਦਰਵਾਈਜ਼ ਤਾਂ ਚਾਹੁੰਦੇ ਕਿ ਕਲਾਸਲੈਸ ਸੁਸਾਇਟੀ ਹੋਵੇ ਜਿੱਥੇ ਕੋਈ ਵਰਨ ਅਵਸਥਾ ਨਾ ਹੋਵੇ, ਕੋਈ ਉੱਚਾ ਨਵਾਂ ਨਾ ਹੋਵੇ, ਨੀਵਾਂ ਨਾ ਹੋਵੇ, ਕੋਈ ਪੰਡਤ ਬਾਨੀਆ ਨਾ ਹੋਵੇ, ਕੋਈ ਜ਼ੁਲਮ ਨਾ ਕਰ ਸਕਦਾ ਹੋਵੇ। ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇਹ ਸਜ਼ਾ ਹੋਈ ਆ, ਇਹ ਸੰਗੀਨ ਜ਼ੁਲਮ ਸੀ, ਜਾਂ ਤੁਸੀਂ ਵਕੀਲ ਹੋ ਆਪਣੇ, ਤੇ ਤੁਸੀਂ ਪੰਜਾਬ ਦੇ ਵਿੱਚ ਵੀ ਵਿਚਰੇ ਹੋ ਜਾਂ ਆਲ ਇੰਡੀਆ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਗੱਲ ਸੋਚੀ ਜਾ ਸਕਦੀ ਹੈ ਕਿ ਸਾਹਿਤ ਦੇ ਆਧਾਰ ਤੇ ਕਿਸੇ ਨੂੰ ਸਜ਼ਾ ਮਿਲੀ ਹੋਵੇ ਜੀ? ਕਦੇ ਵੀ ਬਾਹਰ ਦੇ ਮੁਲਕਾਂ ਵਿੱਚ ਕਦੀ ਮਿਲਦੀ ਸੀ, ਕਈ ਸੌ ਸਾਲ ਪਹਿਲਾਂ ਮਿਲਦੀ ਸੀ, ਉੱਥੇ ਵੀ ਉਹਨਾਂ ਵਿੱਚ ਬੰਦ ਹੋ ਗਏ, ਕਾਨੂੰਨ ਬਣ ਗਏ, ਸਮਾਜ ਥੋੜ੍ਹਾ ਸੱਭਿਆ ਹੋ ਗਿਆ, ਉਹ ਚੀਜ਼ਾਂ ਬੰਦ ਹੋ ਗਈਆਂ। ਸਾਡੇ ਹਾਲੇ ਅਸੀਂ ਉਸ ਯਾਤਰਾ 'ਤੇ ਜਾ ਰਹੇ ਹਾਂ, ਅਤੇ ਯਾਤਰਾ ਦੇ ਵਿੱਚ ਇੱਦਾਂ ਦੇ ਬੰਦੇ ਵੀ ਮਿਲ ਜਾਂਦੇ ਤੁਹਾਨੂੰ ਜਿੱਥੇ ਵਾਪਸ ਜਾਣ ਦੀ ਕੋਸ਼ਿਸ਼ ਹੈ। ਅਸੀਂ ਕਾਫੀ ਅੱਗੇ ਵੱਧ ਗਏ ਸੀ ਆਜ਼ਾਦੀ ਬੋਲਣ ਦੇ ਵਿੱਚ, ਫਿਰ ਵਾਪਸ ਆ ਗਏ। ਤੋ ਹਿੰਦੁਸਤਾਨ ਲੱਗਦਾ ਉਸ ਦੌਰ ਵਿੱਚ ਚੱਲ ਰਿਹਾ ਕਿ ਹੁਣ ਆਜ਼ਾਦੀਆਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਹ ਲੋਕਾਂ 'ਤੇ ਹੈ ਕਿ ਤੁਸੀਂ ਆਪਣੀ ਆਜ਼ਾਦੀ ਲਈ ਕਿੰਨਾ ਲੜਦੇ ਹੋ, ਕਿੰਨੀ ਆਵਾਜ਼ ਚੁੱਕਦੇ ਹੋ। ਜਿੰਨੀ ਤੁਸੀਂ ਆਵਾਜ਼ ਚੁੱਕੋਗੇ ਆਜ਼ਾਦੀਆਂ ਬਰਕਰਾਰ ਰਹਿੰਦੀਆਂ, ਤੁਸੀਂ ਸੌ ਜਾਂਦੇ ਹੋ ਆਜ਼ਾਦੀ ਖਤਮ ਹੋ ਜਾਂਦੀ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਚੀਜ਼ ਸੋਚੀ ਜਾ ਸਕਦੀ ਹੈ ਕਿ ਸਿੱਖਾਂ ਲਈ ਇੱਕ ਵੱਖਰਾ ਦੋਹਰਾ ਕਾਨੂੰਨ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਹੈਗਾ ਕਿ ਹਾਲਾਂਕਿ ਨਵਾਂ ਸ਼ਹਿਰ ਦੀ ਕੋਰਟ ਵੱਲੋਂ ਹੀ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਦੀ ਕਿ ਸਾਹਿਤ ਦੇ ਆਧਾਰ ਤੇ, ਜਾਂ ਇੱਕ ਸਾਹਿਤ ਹੀ ਕਹਿ ਸਕਦੇ ਹਾਂ, ਕਿਉਂਕਿ ਕੱਲ੍ਹ ਨੂੰ ਕੋਈ ਵੀ ਆਪਣੇ ਘਰ ਦੇ ਵਿੱਚ ਜਿਹੜੀਆਂ ਸਿੱਖ ਬੁੱਕਸ ਨੇ ਜਾਂ ਸਿੱਖੀ ਨਾਲ ਰਿਲੇਟਡ ਜਿਹੜਾ ਹੈਗਾ ਉਹ ਸਮਾਨ ਰੱਖ ਸਕਦਾ ਗਾ, ਜੇ ਕੁਝ ਵੀ ਮੈਸੇਜ ਕਿਸੇ ਨੂੰ ਕਰ ਸਕਦਾ, ਸ਼ੇਅਰ ਕਰ ਸਕਦਾ, ਕੋਈ ਵੀ ਚੀਜ਼। ਤੁਸੀਂ ਸੋਚਦੇ ਹੋ ਕਿ ਸਿੱਖਾਂ ਲਈ ਇੱਕ ਵੱਖਰਾ ਕਾਨੂੰਨ ਬਣ ਗਿਆ ਹੈਗਾ ਇੰਡੀਆ ਦੇ ਵਿੱਚ ਜੀ? ਸਿੱਖਾਂ ਤੋਂ ਜ਼ਿਆਦਾ ਕਸ਼ਮੀਰ ਵਿੱਚ ਜ਼ੁਲਮ ਹੋ ਰਿਹਾ ਜੀ, ਸਿੱਖਾਂ ਤੋਂ ਜ਼ਿਆਦਾ ਨਾਰਥ ਈਸਟ ਵਿੱਚ ਹੋ ਰਿਹਾ, ਸਿੱਖਾਂ ਤੋਂ ਜ਼ਿਆਦਾ ਸਾਡੇ ਟਰਾਈਬਲ ਏਰੀਆ ਵਿੱਚ ਛੱਤੀਸਗੜ੍ਹ ਵਿੱਚ ਹੋ ਰਿਹਾ। ਤਾਂ ਸਿੱਖਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਉਹ ਇਕੱਲੇ ਕੁੱਟ ਖਾ ਰਿਹਾ, ਸਾਰੇ ਕੁੱਟ ਖਾ ਰਿਹਾ ਹੈ। ਪਰ ਉਹਦਾ ਕਾਰਨ ਕੀ ਹੈ? ਉਹਦਾ ਕੀ ਕਾਰਨ ਇਹ ਹੈ ਕਿ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਜਿਹੜਾ ਹੈਗਾ ਉਹ ਜਦ ਤੱਕ ਸਾਰੇ ਦੇਸ਼ ਦਾ ਧਰਮ ਨਹੀਂ ਬਣਦਾ ਉਦ ਤੱਕ ਜ਼ੁਲਮ ਖਤਮ ਨਹੀਂ ਹੁੰਦਾ। ਸਾਡਾ ਇਤਿਹਾਸ ਆ, ਅਸੀਂ ਥੋੜ੍ਹਾ ਜ਼ਿਆਦਾ ਲੜਦੇ ਹਾਂ ਤਾਂ ਸਾਨੂੰ ਕੁੱਟ ਥੋੜ੍ਹੀ ਜਲਦੀ ਪੈ ਜਾਂਦੀ ਹੈ, ਮਗਰ ਕੁੱਟ ਸਾਰੇ ਦੇਸ਼ ਵਿੱਚ ਹੀ ਪੈ ਰਹੀ ਹੈ, ਜਿਹੜਾ ਕਮਜ਼ੋਰ ਹੈ, ਜਿਹੜਾ ਇਨਸਾਫ ਲਈ ਲੜਦਾ ਹੈ। ਪਰ ਜੇ ਇਹ ਚੀਜ਼ ਸੋਚੀ ਜਾ ਸਕਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਇੰਡੀਆ ਰਾਸ਼ਟਰ ਆ, ਜਿਹਨੂੰ ਅੱਜ ਜਿਹੜੇ ਚਾਹੇ ਸਰਕਾਰ ਆ, ਚਾਹੇ ਜਿਹੜੀ ਵੀ ਮਰਜ਼ੀ ਸਰਕਾਰ ਆ, ਉਹ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਤੁਸੀਂ ਸੋਚਦੇ ਹੋ ਕਿ ਉਹ ਚੀਜ਼ ਬਣੇ? ਉਹ ਕਹਿ ਹੀ ਰਹੇ ਹੈ, ਉਹ ਤਾਂ ਬਾਰ-ਬਾਰ ਕਹਿ ਰਹੇ ਹੈ। ਜਿਹੜੀ ਸਾਰੀ ਕੋਸ਼ਿਸ਼ ਹੈ ਕਿ ਹਿੰਦੁਸਤਾਨ ਦੇ ਵਿੱਚ ਇਹੋ ਜਿਹੇ ਦੰਗੇ ਕਰਾ ਕੇ ਮੁਸਲਿਮ ਅਤੇ ਕ੍ਰਿਸਚਨ ਨੂੰ ਇਕੱਠੇ ਇੱਧਰ ਕਰ ਦਿਓ ਤਾਂ ਸਾਰਾ ਹਿੰਦੁਸਤਾਨ ਇਕੱਠਾ ਹੋਏ ਤਾਂ ਆਪਾਂ ਦੁਬਾਰਾ ਇਹ ਜਿਹੜੇ ਦੰਗਿਆਂ ਦਾ ਅਮਰੀਕਾ ਨੇ ਵਾਰਨਿੰਗ ਦਿੱਤੀ ਕਿ ਹਿੰਦੁਸਤਾਨ 'ਚ ਦੰਗੇ ਹੋ ਸਕਦੇ ਆ। ਸਾਡੀ ਇਲੈਕਟਰਲ ਪੋਲਿਟਿਕਸ 70 ਸਾਲ ਦੀ ਹੈ ਕਿ ਚਾਹੇ ਕਾਂਗਰਸ ਪਾਰਟੀ ਹੈ, ਉਹ ਜੇ ਕੋਈ ਹੋਰ ਰਾਹ ਨਹੀਂ ਲੱਭਦਾ ਤਾਂ ਦੰਗੇ ਕਰਾ ਕੇ ਇਲੈਕਸ਼ਨ ਜਿੱਤ ਲੈਂਦੀ ਹੈ। ਜਦੋਂ 84 ਦਾ ਕਤਲੇਆਮ ਕੀਤਾ ਸੀ, ਇਲੈਕਸ਼ਨ ਇੱਕ ਵੱਡਾ ਹਿੱਸਾ ਸੀ ਉਹਦਾ, ਅਲਟੀਮੇਟਲੀ ਇਲੈਕਸ਼ਨ ਜਿੱਤੇ ਰਾਜੀਵ ਗਾਂਧੀ, ਬਹੁਤ ਵੱਡੀ ਇਲੈਕਸ਼ਨ ਜਿੱਤਿਆ। ਤੋ ਮਿਨੋਰਿਟੀ ਜਿਹੜੀ ਛੋਟੀ ਮਿਨੋਰਿਟੀ ਨੂੰ ਟਾਰਗੇਟ ਕਰਕੇ ਉਹਨਾਂ ਦਾ ਕਤਲੇਆਮ ਕਰਕੇ ਜੇ ਤੁਹਾਨੂੰ ਇਲੈਕਸ਼ਨ ਜਿੱਤ ਸਕਦੇ ਤਾਂ ਇਹ ਆਮ ਪੋਲੀਟੀਕਲ ਪਾਰਟੀਆਂ ਕਰਦੀਆਂ। ਔਰ ਸਾਡੇ ਦੇਸ਼ ਵਿੱਚ ਹੁਣ ਅਸੀਂ ਦੇਖ ਰਹੇ ਹਾਂ, ਹਾਲਾਂਕਿ ਇਹਦਾ ਹੌਲੀ ਹੌਲੀ ਅਸਰ ਖਤਮ ਹੁੰਦਾ ਜਦੋਂ ਕੰਟਰੀ ਜ਼ਿਆਦਾ ਮੈਚੋਰ ਹੋ ਜਾਂਦੀ ਹੈ, ਮਗਰ ਹਾਲੇ ਅਸੀਂ ਉਸ ਲੈਵਲ 'ਤੇ ਪਹੁੰਚੇ ਨਹੀਂ। ਸੋ ਸਰਕਾਰਾਂ ਛੋਟੇ ਛੋਟੇ ਕੰਮ ਲਈ ਝੂਠੇ ਕੇਸ ਬਣਾ ਦਿੰਦੀਆਂ। ਹੁਣ ਇਸ ਸਰਕਾਰ ਦਾ ਕੀ ਮਕਸਦ ਹੈ? ਇੱਦਾਂ ਦੇ ਕੇਸ ਤਾਂ ਸਰਕਾਰ ਨੂੰ ਆਪ ਹੀ ਰੋਕ ਦੇਣੇ ਚਾਹੀਦੇ ਹੈ। ਉਹਨਾਂ ਨੂੰ ਤਾਂ ਪਤਾ ਹੈ, ਉਹਨਾਂ ਕੋਲ ਤਾਂ ਸਾਰੇ ਕਾਨੂੰਨਦਾਰ ਹੈ, ਉਹਨਾਂ ਨੂੰ ਤਾਂ ਸਮਝ ਹੈ ਨਾ ਕਿ ਕਿਹੜਾ ਚੀਜ਼ ਕਾਨੂੰਨ ਦੇ ਮੁਤਾਬਿਕ ਹੈ, ਕਿਹੜੀ ਕਾਨੂੰਨ ਦੇ ਖਿਲਾਫ ਹੈ। ਉਸ ਦੇ ਬਾਵਜੂਦ ਸਰਕਾਰ ਰੋਕਦੇ ਨਹੀਂ ਇਹੋ ਜਿਹੇ ਕੇਸਾਂ ਨੂੰ, ਇਹੋ ਜਿਹੇ ਪੁਲਿਸ ਅਫਸਰਾਂ ਦੇ ਖਿਲਾਫ ਐਕਸ਼ਨ ਨਹੀਂ ਲੈਂਦੀ, ਇਹੋ ਜਿਹੇ ਜੱਜਾਂ ਨੂੰ ਡਿਸਮਿਸ ਨਹੀਂ ਕਰਦੀ, ਤਾਂ ਸਮਝ ਲਓ ਕਿ ਸਰਕਾਰ ਹੀ ਕਰਵਾ ਰਹੀ ਹੈ। ਮੈਨੂੰ ਕਿਤੇ ਨਾ ਕਿਤੇ ਪਤਾ ਲੱਗਿਆ ਸੀ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਜਿਹੜੀ ਇਹ ਧਾਰਾ ਸੀ ਇਹ ਵਰਤੀ ਗਈ ਸੀ, ਜਾਂ ਉਹਦੇ ਵਿੱਚ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਸੀ, ਉਹ ਕੀ ਕਾਰਨ ਸੀ? ਸਿੰਘ ਕਤਲकांड ਵਿੱਚ ਕੋਈ ਇੱਦਾਂ ਦੀ ਧਾਰਾ ਨਹੀਂ ਸੀ ਲੱਗੀ, ਸਿਰਫ ਕਤਲ 302 ਉਹਨਾਂ ਨੇ ਕਤਲ ਕੀਤਾ ਸੀ, ਬਲਾਸਟ ਕੀਤਾ ਸੀ, ਉਹਨਾਂ ਨੂੰ ਉਹਦੀ ਮੌਤ ਸਜ਼ਾ ਮਿਲੀ ਸੀ।
ਹੁਣ ਜਿਹੜਾ ਅੱਗੇ ਚਲੋ ਇਹ ਤਾਂ ਜਿਹੜੀ ਸਜ਼ਾ ਸੀ ਉਹ ਦੋ ਕੇਸਾਂ ਦੇ ਵਿੱਚ ਹੋਈ ਹੈ ਕਿ ਇੱਕ 'ਚ 10 ਸਾਲ ਦੀ ਸਜ਼ਾ ਹੋਈ ਹੈ। ਪਰ ਹੁਣ ਨਵਾਂ ਹੀ ਇੱਕ ਮਤਲਬ ਛੜਯੰਤਰ ਰਚਿਆ ਜਾ ਰਿਹਾ, ਚਾਹੇ ਉਹ ਸਿੱਖ ਨੌਜਵਾਨਾਂ ਕਰਕੇ ਰਚਿਆ ਜਾ ਰਿਹਾ ਜਾਂ ਫਿਰ ਵੀ ਉਹਨਾਂ ਨੂੰ ਸਰਕਾਰ ਕਿਤੇ ਨਾ ਕਿਤੇ ਵੀ ਸੋਚਦੀ ਹੈ ਵੀ ਅਪੀਲ ਹੋ ਕੇ ਰਿਟ ਪਾ ਕੇ ਵੀ ਦੁਬਾਰੇ ਬਾਹਰ ਨਾ ਆ ਜਾਣ ਜਾਂ ਇਹਨਾਂ ਦੀ ਸਜ਼ਾ ਨਾ ਮਾਫ ਹੋ ਜੇ। ਉਹ ਕਿਹੜਾ ਕੇਸ ਆ ਜੇ ਹੁਣ ਲਗਾ ਅੱਗੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ? ਮੇਰੇ ਹਿਸਾਬ ਨਾਲ ਤਾਂ ਇਹ ਜਿੱਦਾਂ ਹੁੰਦਾ ਨਾ, ਤੁਸੀਂ ਮਾੜਾ ਕੰਮ ਕਰਦੇ ਹੋ ਤਾਂ ਤੁਹਾਨੂੰ ਨੀਂਦ ਨਹੀਂ ਆਉਂਦੀ, ਤੇ ਜਿਹੜੇ ਪੁਲਿਸ ਅਫਸਰਾਂ ਨੇ ਇਹ ਪਾਪ ਕੀਤਾ ਹੈ ਔਰ ਇਹ ਝੂਠਾ ਕੇਸ ਬਣਾਇਆ ਹੈ, ਤਾਂ ਉਹਨਾਂ ਨੂੰ ਹੁਣ ਨੀਂਦ ਨਹੀਂ ਆ ਰਹੀ, ਉਹਨਾਂ ਨੂੰ ਲੱਗਦਾ ਕਿਤੇ ਬਾਹਰ ਨਾ ਜਾਣ, ਫਿਰ ਸਾਡੇ ਖਿਲਾਫ ਇਹ ਬਦਲਾ ਲੈਣਗੇ, ਬੋਲਣਗੇ। ਉਹਨੂੰ ਬਚਣ ਲਈ ਇਹਨਾਂ ਨੇ ਉਹਦੀ ਰਿਮਾਂਡ ਲੈ ਲਈ ਹੈ ਕਿ ਉਹਨੂੰ ਕਿਸੇ ਹੋਰ ਕੇਸ ਵਿੱਚ ਫਸਾਇਆ ਜਾਵੇ। ਆਪਣੇ ਝੂਠ ਨੂੰ ਪੱਕਾ ਕਰਨ ਲਈ ਇੱਕ ਹੋਰ ਝੂਠਾ ਕੇਸ ਦੀ ਉਹਨਾਂ ਨੇ ਬੁਨਿਆਦ ਬਣ ਰਹੇ ਨੇ। ਮੇਰੇ ਨਾਲ ਭੈਣ ਕੁਲਵਿੰਦਰ ਕੌਰ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਸੰਜਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਜਿੱਦਾਂ ਕੇਸ ਬਾਰੇ ਜਾਣਕਾਰੀ ਲੈ ਰਹੇ ਹਾਂ, ਥੋੜ੍ਹੀ ਜੀ ਤੁਹਾਡੇ ਤੋਂ ਥੋੜ੍ਹੀ ਜਾਣਕਾਰੀ ਲਵਾਂਗੇ ਕਿ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਥੋੜ੍ਹਾ ਜਿਹਾ ਤੁਹਾਡੇ ਨਾਲ ਸੰਪਰਕ ਹੋਇਆ ਇਹਨਾਂ ਕੇਸਾਂ ਦੇ ਰਿਲੇਟਡ ਜਾਂ ਤੁਹਾਡੇ ਨਾਲ ਨਹੀਂ ਹੋ ਸਕਿਆ ਜੀ? ਮੇਰੇ ਨਾਲ ਜੀ ਸਿਰਫ ਸਿੱਖ ਰਿਲੀਫ ਜਿਹੜੀ ਯੂਕੇ ਆ ਉਹਨਾਂ ਦਾ ਹੀ ਸੰਪਰਕ ਹੋਇਆ ਸੀ। ਤੇ ਜਦੋਂ ਮੇਰੇ ਕੋਲ ਇਹ ਕੇਸ ਆਇਆ ਸੀ, ਅਸੀਂ ਉਹਨਾਂ ਨੂੰ ਦੱਸਿਆ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਬੈਂਸ ਸਾਹਿਬ ਨਾਲ ਸਲਾਹ ਕਰ ਲਓ ਕਿੱਦਾਂ ਕਹਿੰਦੇ ਨੇ। ਤੇ ਅਸੀਂ ਸਾਰੀ ਬੈਂਸ ਸਾਹਿਬ ਨਾਲ ਸਲਾਹ ਕੀਤੀ। ਸਰ ਕਹਿੰਦੇ ਵੀ ਤੁਸੀਂ ਕਰੋ ਕੇਸ, ਮੈਂ ਤੁਹਾਡੇ ਨਾਲ ਹੈ। ਤੇ ਸਿੱਖ ਰਿਲੀਫ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਇਸ ਕੇਸ ਦੇ ਵਿੱਚ। ਉਹਨਾਂ ਦੇ ਫੈਮਲੀਜ਼ ਨੂੰ ਵੀ ਪੂਰੀ ਸਪੋਰਟ ਕੀਤੀ ਹੈ ਕਿ ਜਿਵੇਂ ਉਹਨਾਂ ਦੀ ਆਫਟਰ ਜਿਹੜੇ ਉਹ ਤਾਂ ਅੰਦਰ ਨੇ, ਬੱਚੇ ਉਹਨਾਂ ਦੇ ਅੰਦਰ ਨੇ, ਤੇ ਜਿਹੜੀ ਉਹਨਾਂ ਦੀ ਬਾਕੀ ਜਿਹੜੀ ਲੁੱਕ ਆਫਟਰ ਵਗੈਰਾ ਨੇ ਉਹ ਕਰ ਰਹੀ ਹੈ ਸਿੱਖ ਰਿਲੀਫ। ਜਿਹੜੀ ਸਿੱਖ ਰਿਲੀਫ ਕਰ ਲਈ ਹੈ, ਹੋਰ ਕੋਈ ਜਥੇਬੰਦੀ ਦਾ ਕੋਈ ਆਗੂ ਜਾਂ ਕੋਈ ਤੁਹਾਡੇ ਕੋਲ ਪਹੁੰਚ ਕੀਤੀ ਹੋਵੇ ਜਾਂ ਤੁਹਾਡੇ ਤੋਂ ਜਾਣਕਾਰੀ ਲਈ ਹੋਵੇ ਕਿਸੇ ਨੇ? ਨਹੀਂ, ਮੇਰੇ ਕੋਲ ਕਿਸੇ ਨੇ ਨਹੀਂ ਲਈ ਜੀ। ਸਿੱਖ ਰਿਲੀਫ ਤੋਂ ਇਲਾਵਾ ਕੋਈ ਵੀ ਜਥੇਬੰਦੀ ਅਜੇ ਤੱਕ ਵੀ ਨਹੀਂ ਮੇਰੇ ਤੱਕ ਆਈ ਵੀ ਉਹਨਾਂ ਨੂੰ ਪਤਾ ਲੱਗਿਆ ਜਦੋਂ ਆ ਕੇਸ ਦਾ ਜਿਹੜਾ ਡਿਸੀਜਨ ਆਇਆ ਵਾ। ਉਸ ਤੋਂ ਬਾਅਦ ਵੀ ਕੋਈ ਵੀ ਐਸੀ ਜਥੇਬੰਦੀ ਨਹੀਂ ਆਈ ਜਿਹੜੇ ਇੱਥੋਂ ਆਪਣੇ ਫੋਰਨ ਦੀ ਤਾਂ ਤੁਸੀਂ ਗੱਲ ਛੱਡ ਦਿਓ, ਇੱਧਰ ਦੀ ਇੰਡੀਆ ਵਿੱਚ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਜਿਹੜੀਆਂ ਇਹਨਾਂ ਦੇ ਲਈ ਕੰਮ ਕਰ ਰਹੀਆਂ ਨੇ, ਕਿਸੇ ਨੇ ਨਹੀਂ ਮੇਰੇ ਤੱਕ ਪਹੁੰਚ ਕੀਤੀ ਅਜੇ ਤੱਕ ਸਾਡੇ ਤੱਕ ਤਾਂ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਫਿਰ ਬੈਂਸ ਸਾਹਿਬ ਵੱਲ ਲਵਾਵਾਂਗਾ। ਬੈਂਸ ਸਾਹਿਬ, ਖਾਲਿਸਤਾਨ ਦਾ ਮੁੱਦਾ ਜਿਹੜਾ ਉਹਨੂੰ ਇੱਕ ਹਊਆ ਬਣਾ ਦਿੱਤਾ ਗਿਆ ਪੂਰੇ ਭਾਰਤ ਦੇ ਵਿੱਚ, ਚਾਹੇ ਉਹ ਰੈਫਰੈਂਡਮ 2020 ਦੀ ਗੱਲ ਕਰ ਲਓ, ਚਾਹੇ ਉਹ ਆਪਣਾ ਖਾਲਿਸਤਾਨ ਜਿਹੜੇ ਇਮਾਨਦਾਰ ਆ ਉਹ ਵੀ ਇਹਨਾਂ ਦਾ ਨਾਲ ਖੜੇ ਨੇ ਕਿ ਅਸੀਂ ਖਾਲਿਸਤਾਨ ਬਣਾਉਣ ਦੇ ਹੱਕ ਦੇ ਵਿੱਚ ਆ। ਖਾਲਿਸਤਾਨ ਨੂੰ ਇੱਕ ਹਊਆ ਬਣਾ ਦਿੱਤਾ ਗਿਆ ਪੂਰੇ ਭਾਰਤ ਵਿੱਚ। ਉਹ ਕੀ ਕਾਰਨ ਆ, ਕਿਉਂ ਹਊਆ ਬਣਾ ਦਿੱਤਾ ਗਿਆ ਜੀ? ਕੁਛ ਤਾਂ ਸਾਡੀ ਵੀ ਘਾਟ ਹੈ। ਅਸੀਂ ਦੇਸ਼ ਨੂੰ ਦੱਸ ਨਹੀਂ ਸਕੇ ਕਿ ਸਿੱਖੀਜ਼ਮ ਦਾ ਮਿਸ਼ਨ ਕੀ ਹੈ। ਸਿੱਖੀਜ਼ਮ ਦਾ ਮਿਸ਼ਨ ਕੁਛ ਨਹੀਂ ਹੈ ਕਿ ਛੋਟੀ ਧਰਤੀ ਤੇ ਛੋਟਾ ਜਿਹਾ ਦੇਸ਼ ਬਣਾ ਕੇ ਫਿਰ ਆਪਸ ਵਿੱਚ ਕਤਲੇਆਮ ਕਰੋ ਔਰ ਰਾਜ ਬਣਾਓ। ਇਹ ਸਾਡਾ ਮਿਸ਼ਨ ਨਹੀਂ ਸੀ। ਸਾਡਾ ਮਿਸ਼ਨ ਸੀ ਸਾਰੇ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਅੱਗ ਲਾਉਣੀ, ਬਰਾਬਰ ਦੀ ਅੱਗ ਲਾਉਣੀ, ਸਾਰੇ ਵਰਗਾਂ ਨੂੰ ਖਤਮ ਕਰਕੇ ਇੱਕ ਇਹੋ ਜਿਹਾ ਸਮਾਜ ਪੈਦਾ ਕਰਨਾ ਜਿੱਥੇ ਜਿਹੜਾ ਕਾਸਟ ਸਿਸਟਮ ਦੀ ਜੜ ਖਤਮ ਹੋ ਜਾਏ। ਤੁਸੀਂ ਬਾਬਾ ਗੁਰੂ ਨਾਨਕ ਦੀ ਸਾਰੀ ਬਾਣੀ ਵਿੱਚ ਪੂਰਾ ਇਮੇਜ ਬਣਦਾ ਹੈ ਕਿਹੋ ਜਿਹਾ ਖਾਲਸਾ ਰਾਜ ਹੁੰਦਾ ਹੈ। ਤੁਸੀਂ ਜਦੋਂ ਖਾਲਸਾ ਰਾਜ ਛੱਡ ਕੇ, ਖਾਲਸਾ ਰਾਜ ਦਾ ਮਿਸ਼ਨ ਛੱਡ ਕੇ ਇੱਕ ਛੋਟੀ ਜਿਹੀ ਪੋਲੀਟੀਕਲ ਫਾਈਟ ਸ਼ੁਰੂ ਕਰ ਦਿੰਦੇ ਹੋ, ਉਹ ਤੁਸੀਂ ਆਪਣੇ ਆਪ ਨੂੰ ਛੋਟਾ ਕਰ ਲੈਂਦੇ ਹੋ। ਜਦ ਤੱਕ ਆਪਣੇ ਪੂਰੇ ਸਮਝ ਦੇ ਵਿੱਚ ਹਰ ਬੰਦਾ ਇੱਕ ਖਾਲਸਾ ਨਾ ਦਿਖੇ, ਔਰ ਜੇ ਜਾਂ ਖਾਲਸਾ ਹੋਏਗਾ ਜਾਂ ਖਾਲਸਾ ਦੀ ਲੋੜ ਹੋਏਗੀ ਉਹਨੂੰ, ਕਿਉਂਕਿ ਉਹ 'ਤੇ ਜ਼ੁਲਮ ਹੋ ਰਿਹਾ ਹੈ, ਤੇ ਅਸੀਂ ਆਜ਼ਾਦ ਕਰਨਾ ਹੈ, ਬਾਕੀ ਹਿੰਦੁਸਤਾਨ ਨੂੰ ਅਸੀਂ ਆਜ਼ਾਦ ਕਰਨਾ ਹੈ। ਅਸੀਂ ਹਿੰਦੁਸਤਾਨ ਵਰਸਸ ਨਹੀਂ ਹੈ, ਅਸੀਂ ਹਿੰਦੁਸਤਾਨ ਦੀ ਲਿਬਰੇਟਿੰਗ ਫੋਰਸ ਹੈ। ਤੇ ਜੇ ਅਸੀਂ ਆਪਣੇ ਨੂੰ ਲਿਬਰੇਟਿੰਗ ਫੋਰਸ ਦੇਖਾਂਗੇ ਤਾਂ ਅਸੀਂ ਪੰਜਾਬ ਨੂੰ ਵੀ ਆਜ਼ਾਦ ਕਰਾ ਲਾਂਗੇ ਤੇ ਹਿੰਦੁਸਤਾਨ ਨੂੰ ਵੀ ਆਜ਼ਾਦ ਕਰਾ ਲਾਂਗੇ। ਜੇ ਅਸੀਂ ਵਰਸਸ ਦਾ ਇੰਡੀਆ ਦੇਖਾਂਗੇ ਫਿਰ ਅਸੀਂ ਇਹਨਾਂ ਚੱਕਰਾਂ 'ਚ ਪੋਲੀਟਿਕਸ 'ਚ ਪਏ ਰਹਾਂਗੇ। ਅਸੀਂ ਸੋਸ਼ਲ ਟਰਾਂਸਫਾਰਮੇਸ਼ਨ ਕਰਨੀ ਹੈ, ਅਸੀਂ ਕੋਈ ਰਾਜ ਥੋੜ੍ਹੀ ਬਣਾਉਣੇ। ਹੁਣ ਗੱਲ ਕੀਤੀ ਜਾਵੇ ਕਿ ਜਿੱਦਾਂ ਇਹਨਾਂ ਨੂੰ ਸਜ਼ਾ ਹੋਈ ਹੈ ਖਾਲਿਸਤਾਨ ਦੇ ਜਾਂ ਲਾ ਲਓ ਕਿ ਸਾਹਿਤ ਦੇ ਆਧਾਰ 'ਤੇ ਕਿ ਇੱਕ ਸਾਹਿਤ ਰੱਖਿਆ ਹੋਇਆ ਸੀ, ਚਾਹੇ ਉਹ ਸਿੱਖੀ ਨਾਲ ਰਿਲੇਟਡ ਸੀ, ਤੁਸੀਂ ਕੀ ਸੋਚਦੇ ਹੋ ਕਿ ਸੱਚਮੁੱਚ ਹੀ ਇਹ ਖਾਲਿਸਤਾਨੀ ਸਮਰਥਕ ਸਨ ਜਾਂ ਇਹ ਨੋਰਮਲ? ਕਿਉਂਕਿ ਕੱਲ੍ਹ ਨੂੰ ਮੈਂ ਵੀ ਆਪਣੇ ਘਰ ਇਹ ਸਾਹਿਤ ਆ ਜਿਹੜਾ, ਜਾਂ ਮੈਂ ਵੀ ਕੋਈ ਪੋਸਟ ਸ਼ੇਅਰ ਕਰ ਸਕਦਾ, ਜਾਂ ਮੈਨੂੰ ਵੀ ਇੱਦਾਂ ਕੱਲ੍ਹ ਨੂੰ ਇਹ ਹਰੇਕ ਸਿੱਖ 'ਤੇ ਲਾਗੂ ਹੋ ਸਕਦਾ ਇਹ ਚੀਜ਼। ਇਹ ਤਾਂ ਵਿਚਾਰੇ ਪੋਲੀਟੀਕਲੀ ਅਲਾਈਵ ਵੀ ਨਹੀਂ ਸੀ। ਇਹ ਤਾਂ ਬਿਲਕੁਲ ਇਸ ਗੱਲ ਤੋਂ ਇਹਨਾਂ ਨੂੰ ਕੋਈ ਪਤਾ ਨਹੀਂ ਸੀ। ਇਹਨਾਂ ਕੋਲ ਤਾਂ ਕੋਈ ਇਹਨਾਂ ਨੇ ਸਾਂਝ ਕੀਤੀ ਜਾਂ ਕਿਸੇ ਨੇ ਇਹਨਾਂ ਨੂੰ ਮੈਸੇਜ ਭੇਜਿਆ, ਕੁਝ ਪੈਸੇ ਇਹਨਾਂ ਨੇ ਉਹਨਾਂ ਨੂੰ ਖਰੀਦ ਕੇ ਭੇਜਤਾ। ਇਹ ਤਾਂ ਆਪਣੀ ਰੋਜੀ ਰੋਟੀ ਕਮਾ ਰਹੇ ਸੀ। ਇਹਨਾਂ ਦਾ ਨਾ ਕੋਈ ਪੋਲੀਟੀਕਲ ਏਜੰਡਾ ਸੀ, ਨਾ ਇਹਨਾਂ ਦਾ ਕੋਈ ਬੈਕਗਰਾਊਂਡ ਹੈ, ਨਾ ਇਹਨਾਂ ਨੇ ਕੋਈ ਜਥੇਬੰਦੀ ਇਸ ਤੋਂ ਪਹਿਲਾਂ ਕੰਮ ਕੀਤਾ, ਨਾ ਬਾਅਦ 'ਚ ਕੀਤਾ ਹੈ। ਹੁਣ ਜਦੋਂ ਬਾਹਰ ਆਉਣਗੇ ਤਾਂ ਪਤਾ ਨਹੀਂ ਕੀ ਬਣਨਗੇ, ਮਗਰ ਘੱਟੋ ਘੱਟ ਪਹਿਲਾਂ ਕੋਈ ਬੈਕਗਰਾਊਂਡ ਨਹੀਂ ਸੀ ਕਿ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਇਹ ਖਾਲਿਸਤਾਨੀ ਸਪੋਰਟਰ ਨੇ, ਜਾਂ ਇਹਨਾਂ ਦਾ ਕੋਈ ਪੋਲੀਟੀਕਲ ਏਜੰਡਾ ਹੈ, ਜਾਂ ਇਹ ਪੋਲੀਟੀਕਲ ਮੂਵਮੈਂਟ ਚਲਾਉਣਾ ਚਾਹੁੰਦੇ ਆ, ਜਾਂ ਕੋਈ ਜਥੇਬੰਦੀ ਚਲਾਉਣਾ। ਇਹਨਾਂ ਦੇ ਕਿਸੇ ਵੀ ਇਸ ਕੇਸ ਦੇ ਵਿੱਚੋਂ ਵੀ ਇਹ ਚੀਜ਼ ਝਲਕਦੀ ਨਹੀਂ।
ਫਿਰ ਇਹ ਵੀ ਚੀਜ਼ ਸੋਚੀ ਜਾ ਸਕਦੀ ਹੈ ਕਿ ਜੇ ਖਾਲਿਸਤਾਨੀ ਸਮਰਥਕ ਨਹੀਂ ਸਨ ਤਾਂ ਹੀ ਅੱਜ ਜਿਹੜੀਆਂ ਜਥੇਬੰਦੀਆਂ ਖਾਲਿਸਤਾਨ ਨਾਲ ਰਿਲੇਟਡ ਨੇ ਜਾਂ ਰੈਫਰੈਂਡਮ 2020 ਜਾਂ ਹੋਰ ਵੀ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਕੋਈ ਵੀ ਪਹੁੰਚ ਨਹੀਂ ਕੀਤੀ ਗਈ ਇਹਨਾਂ ਸਿੱਖਾਂ ਦੀ ਰਿਹਾਈ ਦੇ ਲਈ ਜਾਂ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਲਈ। ਚਲੋ ਰਿਹਾਈ ਦਾ ਤਾਂ ਦੇਖੋ ਅਲਟੀਮੇਟਲੀ ਕੇਸ ਦੀ ਪੈਰਵੀ ਜੋ ਪਤਾ ਲੱਗਿਆ ਕਿ ਕੇਸ ਦੀ ਪੈਰਵੀ ਠੀਕ ਹੋ ਰਹੀ ਹੈ ਤਾਂ ਉਹਨਾਂ ਨੇ ਠੀਕ ਸਮਝ ਲਿਆ। ਮੈਨੂੰ ਲੱਗਦਾ ਕਿ ਹੁਣ ਅਲਟੀਮੇਟਲੀ ਇੱਕ ਵਾਰੀ ਤੁਸੀਂ ਕਾਨੂੰਨ ਦੇ ਵਿਊ ਚੱਕਰ ਜਾਂ ਜਿਹੜਾ ਚੱਕਰ ਵਿਊ 'ਚ ਫਸ ਜਾਓ ਤਾਂ ਕਾਨੂੰਨ ਦੇ ਤਰੀਕੇ ਨਾਲ ਹੀ ਬਾਹਰ ਆਇਆ ਜਾ ਸਕਦਾ ਹੈ। ਤਾਂ ਇਸ ਕਰਕੇ ਸਭ ਤੋਂ ਅਹਿਮ ਤਰੀਕਾ ਹੁੰਦਾ ਕਿ ਜੇ ਕੇਸ ਸੱਚਾ ਝੂਠਾ ਬਣ ਜਾਏ ਤਾਂ ਅਲਟੀਮੇਟਲੀ ਕਾਨੂੰਨ ਦੇ ਮੁਤਾਬਿਕ ਉਹਨੂੰ ਕਿੱਦਾਂ ਕਢਾਉਣਾ, ਤਾਂ ਉਹ ਚੀਜ਼ ਪੈਰਵੀ ਇਹਨਾਂ ਦੀ ਹੋ ਹੀ ਰਹੀ ਹੈ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਕਿ ਕਿਸੇ ਹੋਰ ਸੰਸਥਾ ਵੱਲੋਂ ਤਾਂ ਕਿਉਂਕਿ ਖਾਲਿਸਤਾਨ ਦੀ ਗੱਲ ਆ ਜਿਹੜੀ ਉਹ ਹਰ ਇੱਕ ਸਿੱਖ ਕਰ ਰਿਹਾ ਹੈਗਾ ਪੰਜਾਬ ਦੇ ਵਿੱਚੋਂ, ਜਿਹੜਾ ਲਾ ਲਓ ਕਿ ਇਹ ਪੰਜਾਬ ਦੇ ਬਾਹਰ ਜਿਹੜੇ ਰਹਿੰਦੇ ਸਿੱਖ ਨੇ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ, ਪਰ ਕਿਸੇ ਵੱਲੋਂ ਇਹਨਾਂ ਦੇ ਕੇਸਾਂ ਦੀ ਪੈਰਵਾਈ ਦੇ ਥਰੂ ਤੁਹਾਡੇ ਕੋਲ ਤੱਕ ਪਹੁੰਚ ਨਹੀਂ ਕੀਤੀ ਗਈ। ਮੈਂ ਉਹੀ ਚੀਜ਼ ਖਾਲਿਸਤਾਨ ਦਾ ਨਾਰਾ ਪੋਲੀਟੀਕਲੀ ਜੇ ਤੁਸੀਂ ਕਹੋ ਨਾ ਮਿਸਚਿਫ ਹੈ, ਮਿਸਚਿਫ 84 ਤੋਂ ਪਹਿਲਾਂ ਸਭ ਤੋਂ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਨਾਰਾ ਦਿੱਤਾ ਸੀ ਸਿੱਖ ਟੂ ਸਿੱਖ, ਸਿੱਖਿਸਤਾਨ ਫॉर ਸਿੱਖਸ। ਜਦੋਂ ਉਹ ਨਾਰਾ ਨਹੀਂ ਚੱਲਿਆ ਫਿਰ ਖਾਲਿਸਤਾਨ ਦਾ ਨਾਰਾ ਆਇਆ। ਔਰ ਸਾਰੇ ਜਾਣਦੇ ਹੋ ਡਾਕਟਰ ਜਗਜੀਤ ਸਿੰਘ ਚੌਹਾਨ ਕਿੰਨੇ ਕੁ ਸਿੱਖ ਸੀ ਤਾਂ ਕਿੰਨਾ ਕੁ ਲੋਕਾਂ ਨਾਲ ਉਹਨਾਂ ਨਾਲ ਪਿਆਰ ਸੀ। ਸਾਰੀ ਉਮਰ ਉਹ ਬਾਹਰ ਰਹੇ ਔਰ ਬਾਹਰ ਪੈਸਾ ਇਕੱਠਾ ਕਰਕੇ ਇੱਥੇ ਲੋਕਾਂ ਨੂੰ ਮਰਵਾਉਂਦੇ ਰਹੇ। ਅਤੇ ਇੱਦਾਂ ਹੀ ਸਾਡੇ ਬਾਕੀ ਖਾਲਿਸਤਾਨ ਲੀਡਰ ਨੇ। ਤੁਸੀਂ ਸੰਘਰਸ਼ ਕਰਨਾ ਹੈ, ਤੁਸੀਂ ਕਿਸੇ ਦੇਸ਼ ਵਿੱਚ ਰਹਿਣਾ ਹੈ, ਤੁਹਾਨੂੰ ਕਾਨੂੰਨ ਦੇ ਮੁਤਾਬਿਕ ਸੰਘਰਸ਼ ਲੈਣ ਲੋੜ ਪੈਂਦੀ ਹੈ। ਜਦੋਂ ਸਾਰੇ ਰਸਤੇ ਬੰਦ ਹੁੰਦੇ ਉਦੋਂ ਚੁੱਕੋਗੇ, ਨਾ ਕਿ ਤੁਸੀਂ ਪਹਿਲਾ ਰਸਤਾ ਹੀ ਆਪਣਾ ਹਥਿਆਰਬੰਦ ਸਟਰਗਲ ਕਰ ਲਓਗੇ। ਖਾਲਿਸਤਾਨ ਦਾ ਨਾਰਾ ਉਹ ਸਰਕਾਰਾਂ ਲਵਾਉਂਦੀਆਂ ਜਿਨ੍ਹਾਂ ਨੇ ਜ਼ੁਲਮ ਕਰਨਾ ਹੁੰਦਾ ਹੈ। ਅਸੀਂ ਬੇਵਕੂਫ ਬਣ ਕੇ ਇਹ ਨਾਰੇ ਲਾ ਦਿੰਦੇ ਹਾਂ। ਮਗਰ ਜੇ ਤੁਸੀਂ ਕਿਸੇ ਵੀ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਸੁਣੋ, ਬੰਗਲਾਦੇਸ਼ ਬਣਿਆ ਸੀ, ਕਿਤੇ ਜਲਦੀ ਬਣ ਗਿਆ ਸੀ। ਬੰਗਲਾਦੇਸ਼ ਕਦੀ ਆਵਾਜ਼ ਨਹੀਂ ਆਈ ਸੀ ਆਜ਼ਾਦੀ ਦੀ। ਉਹਨਾਂ ਨੇ ਸਿਰਫ ਆਪਣੇ ਹੱਕ ਮੰਗੇ ਸੀ, ਸੰਵਿਧਾਨ ਦੇ ਮੁਤਾਬਿਕ ਆਪਣੇ ਮਨੁੱਖੀ ਹੱਕ ਮੰਗੇ ਸੀ। ਤੁਸੀਂ ਹੱਕ ਦੀ ਲੜਾਈ ਲੜਨੀ ਹੈ ਕਿ ਤੁਸੀਂ ਕਿਸੇ ਨੂੰ ਦੂਜੇ ਨੂੰ ਰਾਜਾ ਬਣਾਉਣ ਦੀ ਲੜਾਈ ਲੜਨੀ ਹੈ? ਆਪਣੇ ਹੱਕ ਦੀ ਲੜਾਈ ਲੜੋਗੇ ਤਾਂ ਤੁਹਾਨੂੰ ਸਪੋਰਟ ਮਿਲੇਗੀ ਸਾਰੀ ਦੁਨੀਆ ਦੀ, ਸਾਰੇ ਹਿੰਦੁਸਤਾਨ ਦੀ। ਤੁਸੀਂ ਕਿਸੇ ਦੇ ਹੱਕ ਲੈਣ ਦੀ ਗੱਲ ਕਰੋਗੇ ਤਾਂ ਤੁਹਾਡਾ ਸਾਰੀ ਦੁਨੀਆ ਤੁਹਾਡੇ ਖਿਲਾਫ ਖੜੀ ਹੋ ਜਾਏਗੀ। ਹਾਲੇ ਤੱਕ ਖਾਲਿਸਤਾਨ ਦੀ ਲੜਾਈ ਦੂਜਿਆਂ ਦੇ ਹੱਕ ਲੈਣ ਦੀ ਲੜਾਈ ਹੈ, ਦੂਜਿਆਂ ਨੂੰ ਹੱਕ ਦਿਵਾਉਣ ਦੀ ਲੜਾਈ ਨਹੀਂ ਬਣੀ। ਜਿੱਦਣ ਬਣ ਜਾਏਗੀ ਉਦੋਂ ਤੁਸੀਂ ਜਿੱਤ ਵੀ ਜਾਓਗੇ। ਬਿਲਕੁਲ ਜੀ। ਇਸ ਵਿਸ਼ੇ 'ਤੇ ਜਾਣਕਾਰੀ ਪਾਉਣ ਲਈ ਧੰਨਵਾਦ। ਅਤੇ ਅੱਗੇ ਮੈਂ ਚੱਲੂੰਗਾ ਕੇਸ ਵੱਲ ਥੋੜ੍ਹਾ ਜਿਹਾ ਕਿ ਹੁਣ ਅੱਗੇ ਦੀ ਕੀ ਪਲੈਨਿੰਗ ਆ ਤੁਹਾਡੀ, ਕਿ ਕੇਸ ਦੀ ਜਿਹੜੀ ਪੈਰਵਾਈ ਆ ਉਹ ਰਿਟ ਪਾਈ ਜਾਂਦੀ ਜਾਂ ਕਿੱਥੇ ਤੱਕ ਪਹੁੰਚ ਕੀਤੀ ਜਾਂਦੀ ਹੈ ਜੀ? ਕਾਨੂੰਨ ਦੇ ਮੁਤਾਬਿਕ ਸਾਨੂੰ ਹੱਕ ਹੈ ਅਪੀਲ ਦਾਇਰ ਕਰਨ ਦਾ। ਅਪੀਲ ਦਾਇਰ ਹੋਏਗੀ, ਅਪੀਲ ਦੀ ਸੁਣਵਾਈ ਹੋਏਗੀ, ਫਿਰ ਜ਼ਮਾਨਤ ਦੀ ਦਰਖਾਸਤ ਲੱਗੇਗੀ, ਫਿਰ ਜ਼ਮਾਨਤ 'ਤੇ ਬਹਿਸ ਹੋਏਗੀ, ਫਿਰ ਚੱਲੇਗਾ ਕੇਸ। ਹੁਣ ਜਿਹੜਾ ਇਹਨਾਂ ਕੇਸਾਂ ਦੇ ਵਿੱਚ ਕੇਸ ਦੇ ਵਿੱਚ ਮੁੱਖ ਦੋਸ਼ੀ ਸੀ ਉਹ ਕਿਹਨੂੰ ਮੰਨਿਆ ਗਿਆ ਸੀ, ਜਾਂ ਤਿੰਨਾਂ ਨੂੰ ਹੀ ਮੁੱਖ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਸੀ? ਤਿੰਨਾਂ ਨੇ ਮੁੱਖ ਦੋਸ਼ੀ ਬਣਾ ਕੇ ਪੇਸ਼ ਕੀਤਾ ਹੈ। ਜੇ ਸਬੂਤਾਂ ਦੇ ਆਧਾਰ 'ਤੇ ਦੇਖੋ ਤਾਂ ਸਬੂਤ ਤਾਂ ਕਿਸੇ ਦੇ ਵੀ ਖਿਲਾਫ ਨਹੀਂ ਹੈ। ਲਿਟਰੇਚਰ ਹੀ ਪੜ੍ਹਿਆ ਜਾਂ ਲਿਖਿਆ ਹੈ ਤਾਂ ਮੁੱਖ ਦੋਸ਼ੀ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਰਿਕਵਰੀਆਂ ਹੋਈਆਂ ਉਹ ਰਵਿੰਦਰ ਸਿੰਘ ਕੋਲ ਹੋਈਆਂ, ਉਹਨੂੰ ਕਹਿ ਸਕਦੇ ਹੋ ਮੁੱਖ ਦੋਸ਼ੀ। ਬਟ ਮੁੱਖ ਦੋਸ਼ੀ ਤਾਂ ਦੋਸ਼ੀ ਕੋਈ ਨਹੀਂ, ਮੁੱਖ ਆਪਾਂ ਕਿਹਨੂੰ ਕਹਿ ਰਹੇ ਹਾਂ। ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਐਡਵੋਕੇਟ ਸਾਹਿਬ, ਜਿੱਦਾਂ ਕਿ ਟਾਡਾ ਸਿੱਖਾਂ ਦੇ ਲਈ ਵਰਤਿਆ ਗਿਆ, ਹੋਰ ਵੀ ਕਈ ਕਾਨੂੰਨ ਨੇ ਜੋ ਤੁਸੀਂ ਦੱਸਣਾ ਚਾਹੋਗੇ ਕਿ ਕਿਹੜੇ ਜਿਹੜੇ ਹੈਗੇ ਨੇ ਧਾਰਾਵਾਂ ਨੇ ਜਿਹੜੀਆਂ ਉਹ ਇਹਨਾਂ ਬੇਕਸੂਰ ਨੌਜਵਾਨਾਂ ਨੂੰ ਲਾ ਲਓ, ਚਾਹੇ ਕਿ ਇਹ ਦੱਬਣ ਕੁਚਲਣ ਲਈ ਇੱਕ ਜਿਹੜਾ ਰਾਜ ਕਰਦੇ ਆ ਉਹਨਾਂ ਵੱਲੋਂ ਦੱਬਣ ਕੁਚਲਣ ਲਈ ਇਹ ਲੋਕਾਂ ਨੂੰ ਕੀਤਾ ਜਾਂਦਾ, ਕਿਹੜੀਆਂ ਧਾਰਾਵਾਂ ਨੇ ਜੀ ਉਹ? ਦੇਖੋ ਸਾਡਾ ਜਿਹੜਾ ਸਰਕਾਰ ਚਲਾਉਣ ਦਾ ਢੰਗ ਦਾ ਅਸੀਂ ਅੰਗਰੇਜ਼ਾਂ ਤੋਂ ਸਿੱਖਿਆ ਉਹੀ ਢਾਂਚਾ ਚੱਲ ਰਿਹਾ। ਔਰ ਇਹ ਹੈਰਾਨੀ ਹੋਏਗੀ ਕਿ ਜਦੋਂ ਆਜ਼ਾਦ ਹਿੰਦ ਫੌਜ, ਜਿਨ੍ਹਾਂ ਨੇ ਦੇਸ਼ ਲਈ ਫੌਜ ਛੱਡ ਕੇ ਨਵੀਂ ਫੌਜ ਬਣਾ ਕੇ ਆਜ਼ਾਦੀ ਲਈ ਆਪਣੀ ਜਾਨਾਂ ਗਵਾਈਆਂ, ਆਪਾਂ ਉਹਨਾਂ ਨੂੰ ਦੁਬਾਰਾ ਫੌਜ ਨਹੀਂ ਵੜਨ ਦੇ ਜਿਹੜੇ ਬਚ ਗਏ ਸੀ। ਰਾਦਰ ਅਫਸਰਾਂ ਦੇ ਖਿਲਾਫ ਕੇਸ ਚਲਾਉਣ ਦੀ ਕੋਸ਼ਿਸ਼ ਕੀਤੀ, ਸੋ ਲੋਕਾਂ ਦੀ ਪ੍ਰੋਟੈਸਟ ਤਾਂ ਕੇਸ ਵਾਪਸ ਲੈ ਲਏ। ਬਟ ਅਸੀਂ ਉਹਨਾਂ ਬਹਾਦਰ ਯੋਧਿਆਂ ਨੂੰ ਆਪਣੇ ਆਰਮੀ 'ਚ ਨਹੀਂ ਲਿਆ। ਅਤੇ ਇਹਦਾ ਮਤਲਬ ਢਾਂਚਾ ਤਾਂ ਉਹੀ ਚੱਲਦਾ ਰਿਹਾ ਜੋ ਅੰਗਰੇਜ਼ਾਂ ਸੀ, ਕਾਨੂੰਨ ਵੀ ਉਹੀ ਚੱਲਦਾ ਰਿਹਾ। ਔਰ ਉਹ ਕਾਨੂੰਨ ਜ਼ੁਲਮ ਕਰਨ ਵਾਲਾ ਕਾਨੂੰਨ ਸੀ, ਕਿਉਂਕਿ ਉਹਨਾਂ ਨੇ ਰਾਜ 200 ਸਾਲ ਕਿੱਦਾਂ ਕੀਤਾ? ਜ਼ੁਲਮ ਕਰਕੇ। ਉਹਨਾਂ ਨੇ ਤੁਹਾਨੂੰ ਲੁੱਟਣਾ ਸੀ, ਤੁਹਾਨੂੰ ਬੰਦੇ ਤੋਂ ਜਾਨਵਰ ਬਣਾਉਣਾ ਸੀ, ਤੁਹਾਡੀ ਹਿੰਮਤ ਖਤਮ ਕਰਨੀ ਸੀ, ਤੁਹਾਨੂੰ ਗੁਲਾਮ ਬਣਾਉਣਾ ਸੀ। ਉਹਦੇ ਵਿੱਚੋਂ ਸਾਰੀ ਲੰਬੀ ਲੜਾਈ ਦੇ ਵਿੱਚ ਅਲਟੀਮੇਟਲੀ ਸਭ ਤੋਂ ਘੱਟ ਜ਼ੁਲਮ ਹੋਇਆ ਪੰਜਾਬ 'ਤੇ, ਕਿਉਂਕਿ ਥੋੜ੍ਹੀ ਦੇਰ ਲਈ ਸਾਡੇ 'ਤੇ ਕਬਜ਼ਾ ਕਰ ਸਕੇ, ਅਸੀਂ ਥੋੜ੍ਹੀ ਆਜ਼ਾਦੀ ਰੱਖ ਸਕੇ। ਉਹਨਾਂ ਸਾਡੇ 'ਚ ਇੱਥੇ ਜ਼ਿਆਦਾ ਲੋ ਹੈ ਆਜ਼ਾਦੀ ਦੀ, ਹਿੰਮਤ ਹੀ ਬਚ ਗਈ। ਅਤੇ ਇਸ ਕਰਕੇ ਜਿਹੜਾ ਢਾਂਚਾ ਹੀ ਜ਼ੁਲਮ ਕਰਨ ਵਾਲਾ ਹੋਵੇ ਉਹ 70 ਸਾਲ ਦੀ ਆਜ਼ਾਦੀ ਨਾਲ ਵੀ ਕਮਜ਼ੋਰ ਹੋ ਰਿਹਾ, ਬਟ ਖਤਮ ਨਹੀਂ ਹੋਇਆ। ਇਸੇ ਕਰਕੇ ਜਦ ਤੱਕ ਖਤਮ ਨਹੀਂ ਹੁੰਦਾ
ਉਦ ਤੱਕ ਇਹੋ ਜਿਹੇ ਕੇਸ ਬਣਦੇ ਰਹਿਣਗੇ। ਔਰ ਇਸੇ ਕਰਕੇ ਸਾਨੂੰ ਇਹ ਭੁੱਲ ਜਾਣਾ ਚਾਹੀਦਾ ਕਿ ਇਕੱਲੇ ਸਿੱਖਾਂ 'ਤੇ ਹੋਏ, ਜਿਹੜੀ ਵੀ ਕੌਮ ਇੱਥੇ ਆਵਾਜ਼ ਉਠਾਉਂਦੀ ਹੈ ਉਹ 'ਤੇ ਜ਼ੁਲਮ ਹੁੰਦਾ, ਉੱਦਾਂ ਹੀ ਹੁੰਦਾ। ਕਦੀ ਇਹ ਤਾਂ ਅਲੱਗ-ਅਲੱਗ ਤਰੀਕੇ ਨਾਲ ਹੁੰਦਾ। ਔਰ ਆਪਾਂ ਸੋਚਦੇ ਹਾਂ ਕਿ ਸਿਰਫ ਸਾਡੇ 'ਤੇ ਹੋ ਰਿਹਾ, ਉਹ ਨਾਗਾ ਸੋਚਦੇ ਸਾਡੇ 'ਤੇ ਹੋ ਰਿਹਾ, ਛੱਤੀਸਗੜ੍ਹ ਸੋਚਦੇ ਸਾਡੇ 'ਤੇ ਹੋ ਰਿਹਾ, ਸਭ 'ਤੇ ਹੋ ਰਿਹਾ। ਜਿਹੜੀ ਵੀ ਕੌਮ ਜਦੋਂ ਦੇਖੋ ਆਜ਼ਾਦੀ ਦਾ ਨਾਅਰਾ ਸਭ ਤੋਂ ਪਹਿਲਾਂ ਤਮਿਲਨਾਡੂ ਨੇ ਦਿੱਤਾ ਸੀ ਕਿ ਅਸੀਂ ਆਜ਼ਾਦ ਹੋ ਜਾਵਾਂਗੇ, ਅਸੀਂ ਅਲੱਗ ਹੋ ਜਾਵਾਂਗੇ ਜੇ ਤੁਸੀਂ ਸਾਡੇ 'ਤੇ ਹਿੰਦੀ ਪਾਈ। ਉਹ ਸੋ ਜਿਹੜਾ ਨਾਅਰਾ ਸੈਪਰੇਸ਼ਨ ਦਾ ਉਹ ਪੰਜਾਬ ਤੋਂ ਨਹੀਂ ਆਇਆ। ਪੰਜਾਬ ਤੋਂ ਤਾਂ ਬੜੀ ਦੇਰ ਬਾਅਦ ਆਇਆ, ਜਦੋਂ ਇਹਨਾਂ ਨੇ ਸਾਨੂੰ ਸੂਬਾ ਨੇ ਦਿੱਤਾ। ਸਾਰੇ ਹਿੰਦੁਸਤਾਨ ਵਿੱਚ ਭਾਸ਼ਾ ਦੇ ਵਿਭਾਗ 'ਤੇ ਉਹਨਾਂ ਨੇ ਸੂਬੇ ਬਣਾ ਦਿੱਤੇ, ਪੰਜਾਬ ਦਾ ਸੂਬਾ ਨੇ ਦਿੱਤਾ। ਜਦੋਂ ਉਹ ਨਹੀਂ ਆਇਆ ਤਾਂ ਫਿਰ ਕਈ ਸਾਲ ਸਾਨੂੰ ਸਟਰਗਲ ਕਰਨੀ ਪਈ, ਇਸੇ ਲਈ ਕਿ ਸੂਬਾ ਬਣਾਓ, ਬਾਕੀਆਂ ਨੂੰ ਸੂਬਾ ਦਿੱਤਾ, ਸਾਨੂੰ ਕਿਉਂ ਦੇ ਰਹੇ ਭਾਸ਼ਾ ਦੇ ਆਧਾਰ 'ਤੇ। ਪੰਜਾਬੀ ਕੋਈ ਸਾਡੀ ਥੋੜ੍ਹੀ ਭਾਸ਼ਾ, ਪੰਜਾਬੀ ਤਾਂ ਇਹ ਲੋਕਾਂ ਦੀ ਭਾਸ਼ਾ, ਇੱਥੇ ਰਹਿਣ ਵਾਲਿਆਂ ਦੀ, ਸਿੱਖਾਂ ਦੀ ਥੋੜ੍ਹੀ ਹੈ ਪੰਜਾਬੀ। ਪੰਜਾਬੀ ਤਾਂ ਲੋਕਾਂ ਦੀ ਹੈ। ਪਰ ਉਹ ਛੋਟੀ ਜਿਹੀ ਗੱਲ ਲਈ ਜਦੋਂ ਕਮਿਊਨਿਟੀ ਨੂੰ ਇੰਨਾ ਸਟਰਗਲ ਕਰਨਾ ਪਿਆ, ਇੰਨਾ ਮਿਹਨਤ ਕਰਨ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਆਇਆ, ਉਦੋਂ ਵੀ ਹੇਰਾਫੇਰੀ ਕਰ ਲਈ ਕਿ ਜਿਹੜਾ ਬਹੁਤ ਜ਼ਿਆਦਾ ਪੰਜਾਬੀ ਸਪੀਕਿੰਗ ਏਰੀਆ ਬਾਹਰ ਕੱਢਦੇ। ਸੋ ਸਾਨੂੰ ਮਿਲ ਗਈ ਇੱਕ ਸਿੱਖ ਸਟੇਟ ਰਾਦਰ ਦੇਨ ਇੱਕ ਪੰਜਾਬੀ ਸਟੇਟ। ਹੁਣ ਜਦੋਂ ਸਿੱਖ ਸਟੇਟ ਬਣ ਗਈ ਤਾਂ ਉਹਦੀ ਪੋਲੀਟਿਕਸ ਧਰਮ ਦੇ ਆਲੇ ਦੁਆਲੇ ਘੁੰਮੇਗੀ। ਫਿਰ ਉਹਨਾਂ ਨੂੰ ਡਰ ਪੈ ਗਿਆ ਕਿ ਸਿੱਖ ਆ ਗਏ, ਸਿੱਖਾਂ ਤੋਂ ਸਭ ਡਰਦੇ ਆ, ਕਿਉਂਕਿ ਜਿਹੜੀ ਵੀ ਕੌਮ ਵਿੱਚ ਆਜ਼ਾਦੀ ਆ, ਜਿਹੜੀ ਜ਼ੁਲਮ ਦੇ ਖਿਲਾਫ ਲੜਦੀ, ਉਹ ਤੋਂ ਹਕੂਮਤ ਜ਼ਰੂਰ ਡਰਦੀ ਹੈ। ਹੁਣ ਜਦੋਂ ਸਿੱਖਾਂ ਨੇ ਪਹਿਲੀ ਵਾਰੀ ਆਵਾਜ਼ ਉਠਾਈ ਕਿ ਦੇਖੋ ਪ੍ਰਾਂਤਾਂ ਕੋਲ ਤਾਂ ਅਧਿਕਾਰ ਹੀ ਕੋਈ ਨਹੀਂ ਹੈ, ਸਟੇਟਸ ਕੋਲ ਅਧਿਕਾਰ ਕੋਈ ਨਹੀਂ ਹੈ। ਹਾਲਾਂਕਿ ਸਾਰੀਆਂ ਸਟੇਟਸ ਹੈ, 22-25 ਸਟੇਟਸ ਹੈ, ਕਿਸੇ ਨੇ ਇੰਨੀ ਜ਼ਿਆਦਾ ਆਵਾਜ਼ ਨਹੀਂ ਉਠਾਈ ਜਿੰਨੀ ਸਭ ਤੋਂ ਪਹਿਲਾਂ ਸਿੱਖਾਂ ਨੇ। ਜਦੋਂ ਸਿੱਖਾਂ ਦੀ ਸਟੇਟ ਬਣੀ, ਨਾਲ ਦਾ ਉਹਨੂੰ ਪਤਾ ਲੱਗਿਆ ਕਿ ਸਾਡੇ ਕੋਲ ਤਾਂ ਹੱਕ ਹੀ ਕੋਈ ਨਹੀਂ ਹੈ, ਅਸੀਂ ਤਾਂ ਆਪਣਾ ਬਾਰਡਰ ਨਾਲ ਟਰੇਡ ਵੀ ਨਹੀਂ ਕਰ ਸਕਦੇ, ਆਪਾਂ ਆਪਣੀ ਇੰਡਸਟਰੀ ਨਹੀਂ ਲਾ ਸਕਦੇ, ਸਾਰਾ ਕੁਝ ਤਾਂ ਕੇਂਦਰ ਸਰਕਾਰ ਕੋਲ ਹੈ। ਤਾਂ ਸਿੱਖਾਂ ਨੇ ਆਵਾਜ਼ ਲਈ ਕਿ ਸਾਰੇ ਰਾਜਾਂ ਕੋਲ ਜ਼ਿਆਦਾ ਤਾਕਤ ਚਾਹੀਦੀ ਹੈ। ਉਹੀ ਬਣ ਗਿਆ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ। ਫਿਰ ਜਦੋਂ ਪਾਣੀ ਦੀ ਹੇਰਾਫੇਰੀ ਹੋਈ 1976 'ਚ ਇੰਦਰਾ ਗਾਂਧੀ ਨੇ ਕੀਤੀ, ਉਹ ਐਜੀਟੇਸ਼ਨ ਲੈ ਗਈ ਦੂਜਾ ਟਰਨ। ਫਿਰ 1980 ਵਿੱਚ ਝੂਠਾ ਜਿਹਾ ਕੰਟਰੈਕਟ ਕਰਾਤਾ, ਉਹਨੂੰ ਡਰਾ ਕੇ ਦਰਬਾਰਾ ਸਿੰਘ ਨੂੰ ਸਾਈਨ ਕਰਵਾਤੇ ਕਿ ਪਾਣੀ ਦੇ ਦਿਓ, ਅੱਧਾ ਤੋਂ ਜ਼ਿਆਦਾ ਪਾਣੀ ਦੇਤਾ ਰਾਜਸਥਾਨ ਨੂੰ। ਉਦੋਂ ਸਟੇਜ ਆਈ ਇਕਨੋਮਿਕ ਡਿਸਟ੍ਰੈਸ ਦੀ, ਉੱਥੋਂ ਐਜੀਟੇਸ਼ਨ ਸ਼ੁਰੂ ਹੋਈ, ਹਾਲੇ ਤੱਕ ਖਤਮ ਨਹੀਂ ਹੋਈ। ਤੋ ਇਸ ਕਰਕੇ ਜਦੋਂ ਤੁਸੀਂ ਕਿਸੇ ਕਮਿਊਨਿਟੀ ਨਾਲ ਜਿਹੜੀ ਕਿ ਸਿੱਧੀ ਔਰ ਭਾਵੁਕ ਹੋਵੇ, ਉਹਦੇ ਨਾਲ ਖਿਲਵਾੜ ਕਰੋਗੇ ਅਤੇ ਹੱਕਾਂ ਨਾਲ ਖਿਲਵਾੜ ਕਰੋਗੇ ਤਾਂ ਅਲਟੀਮੇਟਲੀ ਉਹ ਵਾਇਲੈਂਸ ਵੱਲ ਤੁਰ ਪੈਂਦੀ ਹੈ। ਔਰ ਵਾਇਲੈਂਸ ਵੱਲ ਅਸੀਂ ਤੁਰੇ, ਪੰਜਾਬ ਦੀ ਧਰਤੀ ਨੇ ਬੜੀ ਖੂਨ ਡੁੱਲਿਆ ਦੇਖਿਆ। ਔਰ ਉਸ ਤੋਂ ਬਾਅਦ ਵਾਪਸ ਵੀ ਆਏ। ਕੋਈ ਲੰਬੀ ਲੜਾਈ ਲੜੋ, ਫਿਰ ਤੁਸੀਂ ਹਾਰ ਜਾਓ, ਜੇ ਨਹੀਂ ਬਣ ਸਕੇ ਉਹ ਵਾਪਸ ਵੀ ਆਏ। ਮਗਰ ਉਸ ਤੋਂ ਬਾਅਦ ਦੂਜਾ ਫੇਜ਼ ਵੀ ਆਇਆ, ਜੋ ਥੋੜ੍ਹੇ ਜਿਹੇ ਡੁੱਬ ਜਾਂਦੇ ਹੋ ਡਿਪਰੈਸ਼ਨ ਦੇ ਵਿੱਚ, ਅਸੀਂ ਵੀ ਡੁੱਬੇ, ਡਰੱਗ ਆਏ, ਡਿਪਰੈਸ਼ਨ। ਉਹ ਉਸ ਫੇਜ਼ ਤੋਂ ਬਾਅਦ ਜਦੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਇਹ ਨਵਾਂ ਦੌਰ ਇਹਨਾਂ ਨੇ ਬਣਾ ਦਿੱਤਾ ਕਿ ਤੁਹਾਡਾ ਲਿਟਰੇਚਰ ਦੇ ਬੇਸ 'ਤੇ ਕੇਸ ਲਾਵਾਂਗੇ। ਹੁਣ ਕੋਈ ਸਿੱਖ ਤੇ ਹਾਰ ਚੁੱਕੇ ਤੁਰਿਆ ਫਿਰ ਨਹੀਂ ਰਿਹਾ, ਬੜੀ ਦੇਰ ਤੋਂ ਕੋਈ ਵਾਰਦਾਤ ਨਹੀਂ ਹੋ ਰਹੀ। ਹੁਣ ਜਿਹੜੇ ਵਾਰਦਾਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਅਲਟੀਮੇਟਲੀ ਉਹ ਮਾਹੌਲ ਪੈਦਾ ਕਰਨਾ ਚਾਹੁੰਦੇ ਜਿਹਦੇ ਵਿੱਚ ਜ਼ੁਲਮ ਜ਼ਿਆਦਾ ਹੋ ਸਕੇ। ਔਰ ਜ਼ੁਲਮ ਕਰਨ ਵਾਲੇ ਕੌਣ ਹੈ? ਜਿਹੜੇ ਹੁੰਦੇ ਸਰਕਾਰ, ਪੁਲਿਸ ਫੋਰਸ, ਉਹ ਚਾਹੁੰਦੇ ਹੈ ਕਿ ਇਹੋ ਜਿਹਾ ਮਾਹੌਲ ਬਣੇ ਤਾਂ ਕਿ ਉਹਨਾਂ ਦੇ ਅਧਿਕਾਰ ਵਾਪਸ ਆਏ, ਕਿਉਂਕਿ ਲੋਕਤੰਤਰ ਵਿੱਚ ਲੋਕਾਂ ਦੇ ਹੌਲੀ ਹੌਲੀ ਅਧਿਕਾਰ ਵੱਧਦੇ ਹੈ ਤੇ ਸਰਕਾਰੀ ਅਫਸਰਾਂ ਦੇ ਅਧਿਕਾਰ ਘਟਦੇ ਹੈ। ਜਦੋਂ ਲੋਕਤੰਤਰ ਪੂਰਾ ਮੈਚੁਰ ਹੋ ਜਾਂਦਾ ਹੈ ਤੇ ਉਹ ਉੱਦਾਂ ਬਣ ਜਾਂਦਾ ਜਿੱਦਾਂ ਕੈਨੇਡਾ ਵਿੱਚ ਹੈ ਕਿ ਕੋਈ ਐਮਐਲਏ ਕੋਲ ਕੋਈ ਅਧਿਕਾਰ ਨਹੀਂ ਤੇ ਕੋਈ ਪੁਲਿਸ ਅਫਸਰ ਜ਼ੁਲਮ ਨਹੀਂ ਕਰ ਸਕਦਾ, ਲੋਕੀ ਜੋ ਮਰਜ਼ੀ ਕਰਨ। ਇਹ ਚੀਜ਼ਾਂ ਸਾਡੇ ਕਿਉਂ ਨਹੀਂ ਆ ਰਹੀ? ਕਿਉਂਕਿ ਹਾਲੇ ਤੱਕ ਜਿਹੜਾ ਸਾਡਾ ਲੋਕਤੰਤਰ ਪ੍ਰਵੱਖ ਨਹੀਂ ਹੋਇਆ। ਜਿੱਦਣ ਹੋ ਜਾਏਗਾ ਉਦੋਂ ਇਹ ਸਾਰੇ ਅਫਸਰਾਂ ਦੇ ਖਿਲਾਫ ਕੇਸ ਚੱਲਣਗੇ ਜਿਹੜੇ ਝੂਠੇ ਕੇਸ ਬਣਾਉਂਦੇ ਨੇ। ਉਦੋਂ ਸਰਕਾਰੀ ਪੋਲੀਟੀਸ਼ੀਅਨਸ ਕਦੇ ਵੀ ਮਿਸਯੂਜ਼ ਨਹੀਂ ਕਰ ਸਕੇਗੇ, ਡਰੱਗ ਟ੍ਰੇਡ ਆਪ ਨਹੀਂ ਕਰ ਸਕਣਗੇ ਜਿੱਦਾਂ ਹੀ ਕਰਦੇ ਆ ਇੱਥੇ। ਉਦੋਂ ਫਿਰ ਜਿਹੜਾ ਚੰਗਾ ਰਾਜ ਹੈ ਉਹਨੂੰ ਆਪਾਂ ਕਹਿ ਸਕਦੇ ਖਾਲਸਾ ਰਾਜ ਹੈ, ਜਿਹੜਾ ਜਿੱਥੇ ਇੱਦਾਂ ਪੂਰਾ ਇਨਸਾਫ ਹੋਏ। ਬਾਕੀ ਰਾਜ ਤਾਂ ਲੁੱਟ ਖਸੁੱਟ ਦਾ ਰਾਜ ਹੈ। ਬਿਲਕੁਲ ਜੀ, ਮੈਂ ਥੋੜ੍ਹਾ ਜਿਹਾ ਸਮਾਪਤੀ ਵਾਲੇ ਵਧਾਂਗਾ ਅਤੇ ਹੁਣ ਮੇਰਾ ਕੁਐਸਚਨ ਇੱਕ ਹੈਗਾ ਕਿ ਹੋਰ ਕਿਹੜੇ ਕੇਸਾਂ ਦੀ ਜਿਹੜੀ ਸਿੱਖੀ ਰਿਲੇਟਡ ਤੁਸੀਂ ਜਿਹੜੀ ਕੇਸਾਂ ਦੀ ਪੈਰਵਾਈ ਕਰ ਰਹੇ ਹੋ ਜੀ? ਮੈਂ ਸਿੱਖ ਰਿਲੇਟਡ ਘੱਟ ਕਰ ਰਿਹਾ, ਮੈਂ ਤਾਂ ਕੋਈ ਵਿਕਟਮ ਆ ਜਾਏ, ਮੇਰੇ ਕੋਲ ਬੜੇ ਕੇਸ ਹੈ ਜਿਹੜੇ ਵੀ ਅਨਲੌਫੁਲ ਐਕਟੀਵਿਟੀ ਦੇ ਝੂਠੇ ਕੇਸ ਬਣਦੇ, ਉਹਨਾਂ ਵੱਲ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਬਚਾ ਸਕਾਂ। ਜੀ ਐਂਡ 'ਤੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਸਿੱਖ ਚੈਨਲ ਦੇ ਜ਼ਰੀਏ ਤੁਹਾਨੂੰ ਆਲ ਵਰਲਡ ਦੀਆਂ ਜਿਹੜੀਆਂ ਸੰਗਤਾਂ ਨੇ ਜਾਂ ਆਲ ਵਰਲਡ ਦੇ ਜਿਹੜੇ ਵੀਵਰ ਨੇ ਉਹ ਸਿੱਖ ਚੈਨਲ ਦੇ ਜ਼ਰੀਏ ਦੇਖ ਰਹੇ ਨੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਕੇਸ ਦੇ ਰਿਗਾਰਡਿੰਗ ਕਿ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਨਹੀਂ, ਚਲੋ ਮੈਸੇਜ ਤਾਂ ਸਿੱਧਾ ਹੀ ਹੈ ਕਿ ਦੇਖੋ ਜਿਹੜੀ ਹੁੰਦੀ ਨਾ ਐਕਸਟ੍ਰੀਮ ਸੋਲਿਊਸ਼ਨ, ਉਹ ਸੱਚੇ ਸੋਲਿਊਸ਼ਨ ਨਹੀਂ ਹੁੰਦੇ। ਐਕਸਟ੍ਰੀਮ ਆਈਡੀਓਲੋਜੀ ਕਦੀ ਵੀ ਜਿਹੜਾ ਫਲ ਹੁੰਦਾ ਨਾ ਉਹ ਉਹਨਾਂ ਮਿੱਠਾ ਨਹੀਂ ਹੁੰਦਾ। ਹੁਣ ਹਿੰਦੁਸਤਾਨ ਨੇ 70 ਸਾਲ ਦੀ ਆਜ਼ਾਦੀ ਵਿੱਚ ਐਕਸਟ੍ਰੀਮਿਜ਼ਮ, ਹਰ ਤਰ੍ਹਾਂ ਦਾ ਐਕਸਟ੍ਰੀਮਿਜ਼ਮ ਦੇਖ ਲਿਆ। ਸਿੱਖ ਖਾੜਕੂ ਆਏ, ਹਾਰ ਗਏ। ਮੁਸਲਿਮ ਖਾੜਕੂ ਨੇ ਬਥੇਰੀ ਕੀਤੀ, ਹਾਰ ਗਏ।
ਜਿਹੜੇ ਲੈਫਟ ਖਾੜਕੂ ਆਏ ਉਹ ਵੀ ਜਿੱਤ ਨਹੀਂ ਰਹੇ, ਕਿਉਂਕਿ ਤੁਸੀਂ ਦੇਖਿਆ ਯੂਨੀਵਰਸਿਟੀਆਂ 'ਚ ਹੁਣ ਲੈਫਟ ਮੂਵਮੈਂਟ ਕਿੰਨੀ ਕਮਜ਼ੋਰ ਹੋ ਗਈ ਹੈ। ਅਲਟੀਮੇਟਲੀ ਹੁਣ ਚੱਲ ਗਿਆ ਹਿੰਦੂ ਖਾੜਕੂ ਆਏ, ਉਹਨਾਂ ਨੇ ਵੀ ਉਹੀ ਕਰਤੂਤਾਂ ਕੀਤੀਆਂ, ਉਹ ਵੀ ਹਾਰ ਰਹੇ ਨੇ। ਤੇ ਜੇ ਤਾਂ ਸਾਡਾ ਢਾਂਚਾ ਬਚ ਗਿਆ 50 ਸਾਲ ਹੋਰ ਤਾਂ ਅਸੀਂ ਇੱਕ ਮਾਡਰਨ ਡਿਵੈਲਪ ਨੇਸ਼ਨ ਬਣ ਲਾਂਗੇ, ਨਹੀਂ ਤਾਂ ਅਸੀਂ ਧਰਮ ਦੇ ਚੱਕਰਾਂ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਰਹਾਂਗੇ। ਉਹਦੇ ਵਿੱਚ ਨਾ ਤਾਂ ਬਣਨਾ ਖਾਲਿਸਤਾਨ ਤੇ ਨਾ ਹਿੰਦੁਸਤਾਨ ਰਹਿਣਾ। ਤੇ ਹਿੰਦੁਸਤਾਨ ਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਟੁੱਟਣ ਦਾ, ਉਹ ਟੁੱਟਣ ਦੀ ਸੰਭਾਵਨਾ ਬਹੁਤ ਵੱਧ ਜਾਣੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਵੱਡੀ ਕਮਿਊਨਿਟੀ ਨੂੰ ਜ਼ਬਰਦਸਤੀ ਨਿਆਂ ਕਰਦੇ ਉਹਨਾਂ ਨਾਲ, ਤੇ ਕੋਈ ਵੀ ਕਮਿਊਨਿਟੀ ਕਮਜ਼ੋਰ ਨਹੀਂ ਹੁੰਦੀ। ਕੋਈ ਵੀ ਜਦੋਂ ਲੋਕਾਂ 'ਚ ਜੋਸ਼ ਆ ਜਾਂਦਾ ਤਾਂ ਛੋਟੇ ਛੋਟੇ ਲੋਕ ਬਹੁਤ ਵੱਡੇ ਵੱਡੇ ਉਪਰਾਲੇ ਕਰ ਲੈਂਦੇ। ਆਪਾਂ ਇਤਿਹਾਸ ਦੱਸਦਾ, ਆਪਾਂ ਕੀਤਾ ਵੀ ਹੈ। ਤੋ ਇਸ ਕਰਕੇ ਜਿਹੜੀਆਂ ਵਾਈਸ ਸਰਕਾਰਾਂ ਹੁੰਦੀਆਂ ਉਹ ਤਾਂ ਬੜੀ ਸਮਝਦਾਰੀ ਨਾਲ ਚਲਾਉਂਦੀਆਂ, ਉਹ ਇਨਸਾਫ ਦੇਣ ਦੀ ਕੋਸ਼ਿਸ਼ ਕਰਦੀਆਂ ਸਭ ਨੂੰ। ਤੇ ਉਸ ਹਿਸਾਬ ਨਾਲ ਜਿੱਥੇ ਇਨਸਾਫ ਮਿਲਦਾ ਉੱਥੇ ਲੋਕੀ ਉਹਨੂੰ ਹੀ ਤਾਂ ਖਾਲਸਾ ਰਾਜ ਆਪਾਂ ਕਹਿੰਦੇ ਹਾਂ। ਜਿੱਥੇ ਇਨਸਾਫ ਖਤਮ ਹੋ ਗਿਆ ਉਹ ਬਣ ਗਿਆ ਦੂਜਾ ਰਾਜ। ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਇਹ ਸਨ RS ਬੈਂਸ, ਜਿਹੜੇ ਕਿ ਐਡਵੋਕੇਟ ਨੇ, ਜਿਹੜੇ ਇਸ ਕੇਸ ਦੀ ਪੈਰਵਾਈ ਕਰ ਰਹੇ ਸੀ ਪਿਛਲੇ 2 ਸਾਲਾਂ ਤੋਂ। ਉਹਨਾਂ ਨਾਲ ਹੋਰ ਵੀ ਵਕੀਲ ਸੀ ਜਿਹੜੇ, ਜਿੱਦਾਂ ਕੁਲਵਿੰਦਰ ਕੌਰ ਜੀ ਨਾਲ ਗੱਲ ਕੀਤੀ ਤੇ ਉਹ ਵੀ ਇਸ ਕੇਸ ਦੀ ਪੈਰਵਾਈ ਦੇ ਨਾਲ ਸੀ ਉਹਨਾਂ ਦੇ। ਸੋ ਇੱਥੇ ਹੀ ਫਤਿਹ ਦੀ ਸਾਂਝ ਪਾਵਾਂਗੇ ਤੇ ਨਾਲ ਹੀ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਕੇਸ ਦੀ ਜਿਹੜੀ ਪੈਰਵਾਈ ਆ ਉਹ ਐਡਵੋਕੇਟ ਸਾਹਿਬ ਕਰ ਰਹੇ ਨੇ। ਜੋ ਵੀ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਐਡਵੋਕੇਟ ਸਾਹਿਬ ਨਾਲ ਗੱਲਬਾਤ ਵੀ ਕਰ ਸਕਦੇ ਹੋ। ਤੇ ਨਾਲ ਹੀ ਸਿੱਖ ਚੈਨਲ ਦੇ ਜ਼ਰੀਏ ਤੁਸੀਂ ਜਿਹੜੀਆਂ ਸੰਗਤਾਂ ਸਿੱਖ ਚੈਨਲ ਨੂੰ ਡੇਲੀ ਵਾਚ ਕਰਦੀਆਂ ਨੇ ਫੇਸਬੁੱਕ ਦੇ ਜ਼ਰੀਏ, WhatsApp ਦੇ ਜ਼ਰੀਏ, ਉਹ ਜ਼ਰੂਰ ਇਹਨਾਂ ਕਮੈਂਟਾਂ ਰਾਹੀਂ ਜਾਂ ਕਹਿ ਲਓ ਕਿ ਸਿੱਖ ਚੈਨਲ 'ਤੇ ਕਾਲ ਕਰਕੇ ਵੀ ਇਸ ਜਿਹੜੇ ਅੱਜ ਦਾ ਐਪੀਸੋਡ ਹੋਇਆ ਗਾ, ਅੱਜ ਦਾ ਟਾਕ ਕੀਤੀ ਆ, ਉਹਦੇ ਰਿਗਾਰਡਿੰਗ ਜਿਹੜੀ ਵੀ ਗੱਲਬਾਤ ਕਰਨੀ ਚਾਹੋ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਆਪਣਾ ਮੈਸੇਜ ਛੱਡ ਸਕਦੇ ਹੋ। ਸੋ ਇੱਥੇ ਹੀ ਸਾਂਝੇ ਰੂਪ ਦੇ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।